सत श्री अकाल। न्यूज़ 18 पंजाब हरियाणा हिमाचल देख रहे हो। गौरव शुक्ला मैं हां तुहाडे नाल हाज़र हां खबरां दा प्राइम टाइम लैके ते प्राइम टाइम दे विच अज गल पैसे दी, मालामाल होण दी, धन वर्खा दी जो हुंदी होई नजर आ रही है पंजाब दे खजाने दे उत्ते। सरकार दावा कर रही है कि पिछले 4 महीनों दे विच पिछले साल दे मुकाबले इस वार करीब 6000 करोड़ रुपए दा इजाफा होया, यानी कि रेवन्यू जिहड़ा वधिया है। खैर जदों घर पैसे आउण थोड़े जे ज्यादा आउण किसी नूं बुरे तां नहीं लगदे, तो पंजाब दे विच कि 3 तो 4 महीनों दे विच 6000 करोड़ रुपया ज्यादा आ गया। जे 3 महीने 6000 करोड़ है तो इसनूं थोड़ा जिहा कैलकुलेट करन दी आपां कोशिश करिए। 6 महीने दे विच करीब 12000 करोड़, एक साल दे विच करीब 24000 करोड़ रुपया फालतू आएगा जे इस तरीके नाल चलदा रहा जो दावा हो रहा है। ते जे 24000 करोड़ रुपया साल दा आउंदा है तां कि ये कैलकुलेट इस तरीके नाल ही करदे रहिए कि करीब करीब ਜਿਹੜੇ ਵਾਅਦੇ ਜਾਂ ਫਿਰ ਜਿਹੜੇ ਇਸ ਸਮੇਂ ਪੰਜਾਬ ਦੇ ਮੁੱਦੇ ਨੇ ਉਹ ਹੱਲ ਹੋ ਜਾਣਗੇ। ਕੰਮ ਤਾਂ ਸਾਰੇ ਦੇਖੋ ਪੈਸੇ ਨਾਲ ਹੀ ਹੁੰਦੇ ਨੇ। ਅੱਜ ਅਸੀਂ ਇਸ ਦੇ ਉੱਤੇ ਹੀ ਗੱਲਬਾਤ ਕਰਾਂਗੇ ਕਿਉਂਕਿ ਦਾਅਵੇ ਦੇ ਵਿਚਾਲੇ ਇੱਕ ਸੱਚ ਇਹ ਵੀ ਹੈ ਕਿ ਕਰਜ਼ਾ ਸਰਕਾਰ ਨੂੰ ਲੈਣਾ ਪਿਆ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਉਸ ਦੇ ਉੱਤੇ ਕਿ ਜਿੰਨਾ ਅਸੀਂ ਕਰਜ਼ਾ ਲਿਆ ਉਸ ਤੋਂ ਜ਼ਿਆਦਾ ਮੋੜਨ ਦੀ ਵੀ ਕੋਸ਼ਿਸ਼ ਕੀਤੀ ਹੈ। ਵਿਆਜ ਤੇ ਪ੍ਰਿੰਸੀਪਲ ਅਮਾਉਂਟ ਉਹ ਵੀ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਅੱਗੇ ਸਮਝਾਉਂਦੇ ਰਹਾਂਗੇ। ਤੇ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਪਿਛਲੇ ਸਾਲ ਨੂੰ ਜੇਕਰ ਥੋੜਾ ਜਿਹਾ ਆਪਾਂ ਯਾਦ ਕਰੀਏ, ਜਦੋਂ अप्रैल 2021 सी या फिर मई या जून के महीने सी तो उस समय कोरोना का भी थोड़ा जिहा प्रभाव सी। 2020 के मुकाबले तो घट सी पर 2021 दे विच भी सी। उसका एक सीधा जिहा मतलब हुंदा है कि जे कोरोना का प्रभाव सी तां फिर दुकानां बाजार जल्दी बंद हो रहे सी, विक्री घटदी है तो उसका रेवन्यू के उत्ते भी असर पैंदा है कि उसका भी एक असर है। या फिर जो सब तो इंपॉर्टेंट कि भ्रिष्टाचार के उत्ते लगाम लगा दी गई, इस करके सरकार के खजाने दे विच हुण पैसा ज्यादा आ रहा है। अब चर्चा इस दे उत्ते ही करांगे क्योंकि जीएसटी दे नाल मालामाल हो रही है सरकार। 6000 करोड़ का दावा है ते ये कि अगे भी इस तरीके नाल चलदा रहेगा। ते ये वजह की है कि ये 4 महीने 6000 करोड़ वाला कि चमत्कार कहा जाए किवें हो गया। अब चर्चा इस दे उत्ते। ਮਾਨ ਸਰਕਾਰ ਨੂੰ 4 ਮਹੀਨੇ ਹੋ ਗਏ ਨੇ ਤੇ ਇਹਨਾਂ 4 ਮਹੀਨਿਆਂ ਦੇ ਵਿੱਚ ਆਰਥਿਕ ਮੋਰਚੇ ਤੇ ਸਰਕਾਰ ਦੇ ਵੱਲੋਂ ਆਪਣੀ ਪਿੱਠ ਥਾਪੜੀ ਜਾਰੀ ਹੈ। ਸੂਬੇ ਦੇ ਖਜ਼ਾਨਾ ਮੰਤਰੀ ਨੇ 4 ਮਹੀਨਿਆਂ ਦੀ ਆਮਦਨ, ਖਰਚ, ਕਰਜ਼ ਤੇ ਲੋਨ ਦਾ ਡੇਟਾ ਪੇਸ਼ ਕੀਤਾ। ਖਜ਼ਾਨਾ ਮੰਤਰੀ ਦੇ ਮੁਤਾਬਕ ਅਪ੍ਰੈਲ 2021 ਦੇ ਵਿੱਚ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਵਿੱਚ 1924 ਕਰੋੜ ਰੁਪਏ ਆਏ ਸਨ, ਜਦਕਿ ਅਪ੍ਰੈਲ 2022 ਦੇ ਵਿੱਚ 1994 ਕਰੋੜ ਦੀ ਆਮਦਨ ਹੋਈ ਹੈ। ਇਸੇ ਤਰ੍ਹਾਂ ਮਈ 2021 ਦੇ ਵਿੱਚ 1266, जबकि मई 2022 ਦੇ ਵਿੱਚ 1833 ਕਰੋੜ ਰੁਪਏ ਸਰਕਾਰੀ ਖਜ਼ਾਨੇ ਦੇ ਵਿੱਚ ਆਏ ਨੇ। ਜੂਨ 2021 ਦੇ ਵਿੱਚ 1111 ਕਰੋੜ, ਜੂਨ 2022 ਦੇ ਵਿੱਚ 1683 ਕਰੋੜ ਅਤੇ ਇਸੇ ਤਰ੍ਹਾਂ ਜੁਲਾਈ 2021 ਦੇ ਵਿੱਚ 1533 ਕਰੋੜ ਅਤੇ ਜੁਲਾਈ 2022 ਦੇ ਵਿੱਚ 1733 ਕਰੋੜ ਰੁਪਏ ਦੀ ਆਮਦਨ ਹੋਈ ਹੈ। ਯਾਨੀ 4 ਮਹੀਨੇ ਦੇ ਵਿੱਚ 2021 ਦੇ ਮੁਕਾਬਲੇ 5886 ਕਰੋੜ ਦੀ ਵਾਧੂ ਆਮਦਨ ਹੋਈ ਹੈ ਅਤੇ ਇਹ ਵਾਧਾ 24% ਬਣਦਾ ਹੈ। ਕੁੱਲ ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜੇ 4 ਮਹੀਨੇ ਲੰਘੇ ਨੇਗੇ, ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਹੜੀ ਆ 24.15% ਦਾ ਇੱਕ ਰਿਕਾਰਡ ਵਾਧਾ ਜਿਹੜਾ ਹੈਗਾ ਉਹ ਜੀਐਸਟੀ ਦੀ ਕਲੈਕਸ਼ਨ ਦੇ ਵਿੱਚ ਹੋਇਆ ਗਿਆ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਰਜ਼ ਮੋੜਨ ਅਤੇ 4 ਮਹੀਨੇ ਦੌਰਾਨ ਚੁੱਕੇ ਗਏ ਕਰਜ਼ ਦਾ ਵੀ ਵੇਰਵਾ ਦਿੱਤਾ। 4 ਮਹੀਨੇ ਦੇ ਵਿੱਚ ਸਰਕਾਰ ਨੇ 10366 ਕਰੋੜ ਰੁਪਏ ਦਾ ਕਰਜ਼ ਮੋੜਿਆ, ਜਿਸ ਦੇ ਵਿੱਚ 4846 ਕਰੋੜ ਵਿਆਜ ਦੀ ਰਕਮ ਹੈ, ਜਦਕਿ 5520 ਕਰੋੜ ਪ੍ਰਿੰਸੀਪਲ ਅਮਾਉਂਟ ਵਾਪਸ ਕੀਤੀ ਗਈ ਹੈ। ਜਦਕਿ ਇਸੇ ਅਰਸੇ ਦੇ ਦੌਰਾਨ ਸਰਕਾਰ ਨੇ 8100 ਕਰੋੜ ਰੁਪਏ ਦਾ ਨਵਾਂ ਕਰਜ਼ ਵੀ ਚੁੱਕਿਆ ਹੈ। ਪੰਜਾਬ ਗਵਰਨਮੈਂਟ ਦਾ 10366 ਕਰੋੜ ਰੁਪਈਆ ਜਿਹੜਾ ਹੈਗਾ ਉਹ ਪ੍ਰਿੰਸੀਪਲ ਅਮਾਉਂਟ ਅਤੇ ਇੰਟਰਸਟ ਵਜੋਂ ਗਵਰਨਮੈਂਟ ਆਫ ਇੰਡੀਆ ਨੂੰ ਜਿਹੜਾ ਰੀਪੇ ਕੀਤਾ ਗਾ। ਲੋਨ ਕਿੰਨਾ ਲਿਆ? ਲੋਨ ਅਸੀਂ ਲਿਆ ਪੰਜਾਬ ਸਰਕਾਰ ਨੇ ਇਸ ਸਮੇਂ ਦੌਰਾਨ 8100 ਕਰੋੜ ਰੁਪਈਆ। ਵਾਪਸ ਕਿੰਨੇ ਕੀਤੇ? 10366। ਖਜ਼ਾਨਾ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੇ ਪੰਜਾਬ ਸਟੇਟ ਕਾਰਪੋਰੇਸ਼ਨ ਬੈਂਕ ਨੂੰ ਐਨਪੀਏ ਹੋਣ ਤੋਂ ਬਚਾਇਆ ਹੈ ਅਤੇ ਇਸ ਲਈ 525 ਕਰੋੜ ਰੁਪਏ ਬੈਂਕ ਨੂੰ ਦਿੱਤੇ ਨੇ। ਪਹਿਲੇ ਕੁਆਟਰ ਦੇ ਦੌਰਾਨ ਸਰਕਾਰ ਦੀ ਆਮਦਨ ਦੇ ਵਿੱਚ ਕਰੀਬ 5800 ਕਰੋੜ ਦਾ ਵਾਧਾ ਹੋਇਆ ਹੈ, ਜਦਕਿ ਦੂਜੇ ਪਾਸੇ ਸੂਬੇ ਦੇ ਸਿਰ 3.25 ਲੱਖ ਕਰੋੜ ਦੇ ਕਰੀਬ ਪਹਾੜ ਜਿੱਡਾ
ਕਰਜ਼ਾ ਵੀ ਖੜਾ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18। ਤਾਂ ਅੱਜ ਇਸ ਮੁੱਦੇ ਉੱਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ ਕਿ ਆਖਿਰ ਜਿਹੜਾ ਪੈਸਾ ਆਇਆ ਜਾਂ ਫਿਰ ਜਿਸ ਤਰੀਕੇ ਨਾਲ ਟੈਕਸ ਕਲੈਕਸ਼ਨ ਕਹੋ ਤੁਸੀਂ ਇਸ ਨੂੰ, ਜਾਂ ਫਿਰ ਰੈਵਨਿਊ ਜਿਵੇਂ ਵੀ ਵਧਿਆ ਪੰਜਾਬ ਦੇ ਖਜ਼ਾਨੇ ਦੇ ਵਿੱਚ ਕਰੀਬ 5800 ਕਰੋੜ ਤੋਂ ਜ਼ਿਆਦਾ ਦੀ ਰਕਮ ਆਉਂਦੀ ਹੈ, ਤਾਂ ਇਸ ਦੇ ਪਿੱਛੇ ਵਜ੍ਹਾ ਕੀ ਹੈ, ਜੋ ਅਸੀਂ ਅੱਜ ਲਿਖ ਵੀ ਰਹੇ ਹਾਂ ਕਿ ਅਜਿਹੀ ਕਿਹੜੀ ਚਾਲ ਸੀ ਜਿਹੜੇ 4 ਮਹੀਨੇ ਦੇ ਵਿੱਚ ਇੱਕ ਤਰੀਕੇ ਨਾਲ ਇਹ ਚਮਤਕਾਰ ਹੋ ਰਿਹਾ ਕਿ 6000 ਕਰੋੜ ਪੰਜਾਬ ਦੇ ਖਜ਼ਾਨੇ ਦੇ ਵਿੱਚ ਆ ਗਏ। ਸੁਣਨ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ 6000 ਕਰੋੜ ਰੁਪਏ ਵਾਧੂ ਆਏ ਨੇ, ਜਿੰਨਾ ਪਹਿਲਾਂ ਆਂਦਾ ਸੀ ਉਸ ਤੋਂ ਜ਼ਿਆਦਾ ਨਹੀਂ 6000 ਕਰੋੜ। ਤੇ ਇਸ ਦੀ ਵਜ੍ਹਾ ਕੀ ਹੈ, ਕਿਵੇਂ ਇਹ ਸੰਭਵ ਹੋ ਸਕਿਆ ਹੈ, ਤੇ ਸਭ ਤੋਂ ਜ਼ਿਆਦਾ ਲੋਕ ਇਹ ਜਾਣਨਾ ਚਾਹੁੰਦੇ ਹੋਣਗੇ ਕਿ ਇਹ 3 ਮਹੀਨੇ ਦੇ ਕਾਰਜਕਾਲ ਤੋਂ ਬਾਅਦ 4 ਮਹੀਨੇ ਤੋਂ ਬਾਅਦ ਜੇ 6000 ਕਰੋੜ ਹੈ ਤਾਂ ਕਿ ਅਗਲੇ 3 ਮਹੀਨੇ ਚ ਵੀ ਜਾਰੀ ਰਹੇਗਾ, ਜਾਂ 6-9 ਵੀ ਹੋ ਸਕਦਾ ਹੈ, ਜਾਂ 6-12 ਕਰੋੜ ਵੀ ਹੋ ਸਕਦਾ ਹੈ। ਜੇ ਹੋ ਸਕਦਾ ਤਾਂ ਕਿਵੇਂ, ਸਰਕਾਰ ਦੇ ਕੋਲ ਕਿਹੜਾ ਪਲਾਨ ਸੀ ਜਿਹੜਾ 4 ਮਹੀਨੇ ਪਹਿਲਾਂ ਉਹਨਾਂ ਨੇ ਇੰਪਲੀਮੈਂਟ ਕੀਤਾ ਤੇ ਉਸ ਦਾ ਅਸਰ ਨਜ਼ਰ ਆਇਆ। ਖੈਰ ਅਸੀਂ ਜਿਹੜੇ ਮਹਿਮਾਨ ਨੇ ਉਹਨਾਂ ਤੋਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਤੋਂ ਵੀ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਅਹਿਬਾਬ ਗਰੇਵਾਲ ਜੀ ਜੁੜ ਰਹੇ ਨੇ, ਆਮ ਆਦਮੀ ਕਰਨਗੇ। ਗਰੇਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ HS ਕਿੰਗਰਾ ਜੀ ਜੁੜ ਰਹੇ ਨੇ ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ 'ਚ ਸਾਡੇ ਨਾਲ ਮੌਜੂਦ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ RS ਘੁੰਮਣ ਜੀ ਜੁੜ ਰਹੇ ਨੇ, ਅਰਥ ਸ਼ਾਸਤਰੀ ਨੇ। ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕਿਵੇਂ ਸਮਝਿਆ ਜਾਵੇ ਪੂਰੇ ਅੰਕੜਿਆਂ ਨੂੰ। ਤੇ ਇਸ ਦੇ ਨਾਲ ਹੀ BJP ਤੋਂ ਸਾਡੇ ਨਾਲ ਸੁਭਾਸ਼ ਸ਼ਰਮਾ ਜੀ ਕੁਝ ਹੀ ਪਲਾਂ ਦੇ ਵਿੱਚ ਜੁੜਨਗੇ। ਘੁੰਮਣ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਅੱਜ ਤੁਹਾਡੇ ਤੋਂ ਹੀ ਕਰਨ ਜਾ ਰਿਹਾ ਹਾਂ। ਥੋੜਾ ਜਿਹਾ ਗਣਿਤ ਕਿਵੇਂ ਸਮਝੀਏ ਇਸ ਨੂੰ, ਕਿਉਂਕਿ ਸੁਣਨ 'ਚ ਮੈਂ ਕਿਹਾ ਕਿ ਸੁਣਨ 'ਚ ਬੜਾ ਵਧੀਆ ਲੱਗਦਾ ਕਿ ਜਦੋਂ ਆਪਾਂ ਨੂੰ ਕੋਈ 15000 ਰੁਪਏ ਮਿਲ ਰਹੀ ਹੋਵੇ ਤੇ ਇੰਕਰੀਮੈਂਟ ਲੱਗ ਜਾਵੇ ਸਿੱਧਾ 21000 ਹੋ ਜਾਏ। ਹੁਣ ਕਰੋੜਾਂ ਦੀ ਗੱਲ ਹੋ ਰਹੀ ਹੈ, 15000 ਤੋਂ 21000 ਕਰੋੜ ਹੋ ਗਿਆ। ਕਿਵੇਂ ਇਸ ਨੂੰ ਸਮਝਿਆ ਜਾਵੇ ਜੋ ਸਰਕਾਰ ਇਸ ਸਮੇਂ ਦਾਅਵਾ ਕਰ ਰਹੀ ਹੈ ਕਿ ਇਹ ਪਹਿਲੇ ਕੁਆਟਰ ਦੇ ਵਿੱਚ ਇਸ ਤਰੀਕੇ ਨਾਲ ਅਸੀਂ ਜ਼ਿਆਦਾ ਕਲੈਕਸ਼ਨ ਕੀਤੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਕਰਕੇ, ਜਾਂ ਜੋ ਵੀ ਦਾਅਵੇ ਨੇ? ਧੰਨਵਾਦ ਜੀ, ਬਹੁਤ-ਬਹੁਤ ਤੁਹਾਡਾ ਮੈਨੂੰ ਇਸ ਗੱਲਬਾਤ ਸ਼ਾਮਲ ਕਰਨ ਲਈ, ਤੇ ਸਾਰੇ ਪੈਨਲਿਸਟ ਦੋਸਤਾਂ ਨੂੰ ਵੀ ਸਤਿਕਾਰ ਸਾਹਿਬ ਸਤਿ ਸ੍ਰੀ ਅਕਾਲ, ਆਦਾਬ, ਤੇ ਨਾਲ ਸੁਣਨ ਵਾਲਿਆਂ ਨੂੰ ਵੀ। ਮੈਂ ਜਿਹੜਾ ਇੱਕ ਤਾਂ ਇਹ ਕਹਾਂਗਾ ਕਿ ਐਜ਼ ਇਕਨੋਮਿਸਟ ਜੋ ਵਿੱਤ ਮੰਤਰੀ ਸਾਹਿਬ ਨੇ ਅੱਜ ਬਿਆਨ ਦਿੱਤਾ ਹੈਗਾ, ਅਖਬਾਰਾਂ ਵਿੱਚ ਵੀ ਛਾਇਆ ਹੋਇਆ, ਮੈਂ ਉਹਨਾਂ ਦਾ ਉਹ ਵੀਡੀਓ ਵੀ ਸੁਣਿਆ ਸੀ, ਬਹੁਤ ਅੱਛੀ ਗੱਲ ਹੈ। ਐਟਲੀਸਟ ਇਹ ਸਰਕਾਰ ਇਹ ਤਾਂ ਸੋਚ ਰਹੀ ਹੈ ਕਿ ਕਰਜ਼ਾ ਉਤਾਰਨ ਲਈ ਰੈਵਨਿਊ ਇਕੱਠਾ ਕਰਨਾ ਪੈਣਾ ਜੀ, ਕਿਉਂਕਿ ਇਹ ਰੈਵਨਿਊ ਵੀ ਸਰਕਾਰ, ਰੈਵਨਿਊ ਐਕਸਪੈਂਡੀਚਰ ਵੀ ਸਰਕਾਰ ਕਰਜ਼ਾ ਚੱਕ ਕੇ ਕਰੇ ਤਾਂ ਫਿਰ ਮਾੜੀ ਗੱਲ ਹੀ ਹੁੰਦੀ ਹੈ। ਤੇ ਇਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਇਹ ਕਰੀਏ। ਤੇ ਮੈਂ ਤੁਹਾਨੂੰ ਇਹ ਯਾਦ ਦਿਵਾਉਣੀ ਚਾਹਾਂਗਾ ਕਿ ਬਜਟ ਤੋਂ ਕਾਫੀ ਦੇਰ ਪਹਿਲਾਂ, ਡੇਢ ਮਹੀਨਾ ਪਹਿਲਾਂ, ਮੈਂ ਇੱਕ 8 ਪੇਜ ਦਾ ਨੋਟ ਅੰਗਰੇਜ਼ੀ ਵਿੱਚ ਲਿਖਿਆ ਸੀ, ਤੇ ਉਹ ਜਲੰਧਰ ਤੋਂ ਜਾਗਰਣ ਮੰਚ ਵਾਲਿਆਂ ਨੇ, ਜਿਹਦੇ ਵਿੱਚ ਸਤਨਾਮ ਮਾਨਕ ਜੀ, ਬਾਲੀ ਜੀ ਸਨ, ਉਹਨਾਂ ਨੇ CM ਵਿੱਤ ਮੰਤਰੀ ਸਾਹਿਬ ਨੂੰ ਹੈਂਡਓਵਰ ਕੀਤਾ ਸੀ। ਅਜੀਤ ਅਖਬਾਰ ਦੇ ਵਿੱਚ ਫੋਟੋ ਵੀ ਲੱਗੀ ਹੈ ਉਹਨਾਂ ਦੀ, ਔਰ ਮੇਰਾ ਨਾਮ ਵੀ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ। ਸੋ ਮੈਂ ਤਾਂ ਇੱਕ ਗੱਲ ਤਾਂ ਇਹ ਕਹਿਣਾ। ਦੂਜਾ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਕੋਪ ਹੈਗਾ ਰਿਸੋਰਸ ਮੋਬਿਲਾਈਜੇਸ਼ਨ ਦਾ, ਪਰ ਕਿੰਨਾ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਪਿਛਲੀਆਂ ਸਰਕਾਰਾਂ ਵੀ, ਮੈਂ ਕਿਸੇ ਗੱਲ ਨਹੀਂ ਕਰ ਰਿਹਾ 5 ਸਾਲ ਦੀ ਗੱਲ ਨਹੀਂ ਕਰ ਰਿਹਾ, ਮੈਂ ਘੱਟੋ ਘੱਟ 15 ਸਾਲ ਦੀ ਗੱਲ ਕਰ ਰਿਹਾ, ਕਿ ਕਰਜ਼ਾ ਲੈ ਕੇ ਕੰਮ ਚਲਾਉਂਦੀਆਂ ਰਹੀਆਂ ਨੇ, ਤੇ ਇਹ ਬੜੀ ਸੇਖੀ ਮਾਰਦੀਆਂ ਰਹੀਆਂ ਨੇ ਕਿ ਅਸੀਂ ਕੋਈ ਨਵਾਂ ਟੈਕਸ ਨਹੀਂ ਲਾਇਆ। ਮੈਂ ਵਿੱਤ ਕਮਿਸ਼ਨ, 6ਵਾਂ ਵਿੱਤ ਕਮਿਸ਼ਨ ਜਿਹੜਾ ਪੰਜਾਬ ਦਾ, ਉਹਦਾ ਸਪੈਸ਼ਲ ਇਨਵਾਈਟੀ ਮੈਂਬਰ ਸੀ, ਤੇ ਵਿੱਤ ਕਮਿਸ਼ਨ ਨੇ ਮੇਰੀ ਜ਼ਿੰਮੇਵਾਰੀ ਲਾਈ ਸੀ, ਜਿਹੜਾ ਕਿ ਹੁਣ ਇੱਕ ਅਫੀਸ਼ੀਅਲ ਡਾਕੂਮੈਂਟ ਬਣ ਚੁੱਕਿਆ, ਕੰਸਟੀਟਿਊਸ਼ਨਲ ਉਹਦਾ ਸਟੇਟਸ ਹੈ, ਸੰਵਿਧਾਨਕ ਸਟੇਟਸ ਹੈ। ਮਿਸਟਰ KR ਲਖਨਪਾਲ ਉਹਦੇ ਚੇਅਰਮੈਨ ਸੀ ਕਮਿਸ਼ਨ ਦੇ, ਔਰ ਬੜੇ ਸੀਨੀਅਰ IAS ਅਫਸਰ ਉਹਦੇ ਸੀਗੇ, ਇੱਕ ਇਕਨੋਮਿਸਟ BS ਘੁੰਮਣ ਉਹਦੇ ਸੀਗੇ। ਮੇਰੀ ਜ਼ਿੰਮੇਵਾਰੀ ਲਾਈ ਗਈ ਕਿ ਕਿੱਥੋਂ ਹੋਰ ਰਿਸੋਰਸਿਸ ਇਕੱਠੇ ਹੋ ਸਕਦੇ ਨੇ, ਸਟੇਟ ਦਾ ਕੰਸੋਲੀਡੇਟਡ ਫੰਡ ਕਿਵੇਂ ਵੱਧ ਸਕਦਾ ਹੈ। ਮੈਂ ਬਸ 1 ਮਿੰਟਾਂ 'ਚ ਤੁਹਾਨੂੰ ਉਹ ਇੰਪੋਰਟੈਂਟ ਅੰਕੜੇ ਦੱਸਾਂਗਾ। ਮੈਂ ਵਰਕਆਊਟ ਕੀਤਾ ਸੀਗਾ, ਹੁਣ ਤਾਂ ਸਟੇਟ ਗਵਰਨਮੈਂਟ ਕੋਲ ਰਿਪੋਰਟ ਜਾ ਚੁੱਕੀ ਹੈ, ਜਿਹਦੇ ਕਿ 21 ਤੋਂ 26 ਦਾ ਲਾਗੂ ਹੋਣਾ, ਕਿ ਕਿਵੇਂ ਪੰਚਾਇਤਾਂ ਨੂੰ ਕਿੰਨੇ ਪੈਸੇ ਦੇਣੇ ਚਾਹੀਦੇ ਆ, ਮਿਊਨਿਸਪੈਲਿਟੀਆਂ ਨੂੰ ਕਿੰਨੇ ਪੈਸੇ ਦੇਣੇ ਚਾਹੀਦੇ ਆ, ਰਿਸੋਰਸਿਸ ਕਿੱਥੋਂ ਆ ਸਕਦੇ ਆ। ਔਰ ਮੇਰਾ ਇਹ ਨੋਟ 1 ਪੇਜ ਦਾ ਜਿਹੜਾ ਹੈ, ਇਹ 88 ਨੰਬਰ ਪੰਨੇ ਤੇ ਐਜ਼ ਇਟ ਇਜ਼ ਉਹਨਾਂ ਨੇ ਵਿੱਚ ਲਾਇਆ ਹੋਇਆ ਹੈਗਾ, ਔਰ ਇਹਦੇ ਵਿੱਚ ਮੈਂ ਦੱਸਿਆ ਕਿ 28500 ਕਰੋੜ ਰੁਪਈਆ ਜਿਹੜਾ
ਹੋਰ ਸਰਕਾਰੀ ਖਜ਼ਾਨੇ ਵਿੱਚ ਆ ਸਕਦਾ ਹੈ ਬਿਨਾਂ ਕੋਈ ਨਵਾਂ ਟੈਕਸ ਲਾਉਣ ਦੇ। ਉਹਦੇ ਵਿੱਚ ਇਸ ਤੋਂ ਮੈਂ ਇਹ ਵੀ ਕਿਹਾ ਕਿ ਜੇ ਥੋੜਾ ਬਹੁਤਾ ਆਪਾਂ ਸਬਸਿਡੀਆਂ ਰੈਸ਼ਨਲਾਈਜ਼ ਕਰ ਲਈਏ, ਮੁਫਤਖੋਰੀਆਂ ਰੈਸ਼ਨਲਾਈਜ਼ ਕਰ ਲਈਏ, ਟੈਕਸ ਥੋੜਾ ਜਿਹਾ ਰੈਸ਼ਨਲਾਈਜ਼ ਕਰ ਲਈਏ ਤਾਂ 38,500 ਕਰੋੜ ਆ ਸਕਦਾ ਹੈ। ਜਦੋਂ ਕਿ ਰੈਵਨਿਊ ਜਿਹੜਾ ਪਿਛਲੇ ਸਾਲ ਦਾ ਅਸੀਂ 21-22 ਦਾ ਉਹ ਸੀਗਾ 78,000 ਕਰੋੜ ਦਾ ਤੇ ਹੁਣ 95,000 ਕਰੋੜ ਦਾ। ਬਸ ਮੈਂ 1-2 ਮਿੰਟ ਹੀ ਲੈਣੇ ਨੇ ਹੋਰ ਤੁਹਾਡੇ। ਇਹਦੇ ਵਿੱਚ ਇਹ ਮੈਂ ਕਿਹਾ ਸੀ ਕਿ ਜਿਹੜਾ ਇਸ ਸਾਲ ਦੇ ਵਿੱਚ ਕਿੱਥੋਂ ਪੈਸਾ ਜਿਹੜਾ ਆ ਸਕਦਾ ਉਹਦੀ ਬ੍ਰੇਕਅਪ ਵੀ ਦਿੱਤੀ ਸੀ। 5,000 ਕਰੋੜ ਐਕਸਾਈਜ਼ ਤੋਂ ਇਹ ਕੋਸ਼ਿਸ਼ ਕਰ ਰਹੇ ਨੇ 4,000 ਕਰੋੜ ਹੋਰ ਲਿਆਉਣ ਦੀ, 9,000 ਕਰੋੜ GST ਤੋਂ, 2,000 ਕਰੋੜ ਸਟੈਂਪ ਤੇ ਰਜਿਸਟ੍ਰੇਸ਼ਨ ਤੋਂ, 3,000 ਕਰੋੜ ਮਾਈਨਿੰਗ ਤੋਂ, 3,000 ਕਰੋੜ ਪ੍ਰਾਪਰਟੀ ਟੈਕਸ ਤੋਂ ਤੇ ਇਸ ਤੋਂ ਬਾਅਦ 1,500 ਕਰੋੜ ਪ੍ਰੋਫੈਸ਼ਨਲ ਟੈਕਸ ਤੋਂ, 1,500 ਕਰੋੜ ਪਾਵਰ ਥੈਫਟ ਤੋਂ, 2,500 ਕਰੋੜ ਟਰਾਂਸਪੋਰਟ ਐਂਡ ਕੇਬਲ ਤੋਂ ਤੇ 1,000 ਕਰੋੜ ਪਿਲਫਰੇਜ ਐਂਡ ਸੋਸ਼ਲ ਵੈਲਫੇਅਰ ਸਕੀਮ। ਇਹ 28,500 ਕਰੋੜ ਬਣਦਾ ਹੈਗਾ ਸਾਰਾ ਹਿਸਾਬ। ਔਰ ਨਾਓ ਇਟ ਇਜ਼ ਅਫੀਸ਼ੀਅਲ ਡਾਕੂਮੈਂਟ। ਔਰ ਇਹ ਮੈਨੂੰ ਲੱਗਦਾ ਸੀ ਕਿ ਇਸ ਬਜਟ ਸੈਸ਼ਨ ਦੇ ਵਿੱਚ ਸਰਕਾਰ ਇਹਨੂੰ ਟੇਬਲ ਕਰੇਗੀ ਅਸੈਂਬਲੀ ਤੇ, ਜਿਹੜਾ ਕਿ ਕਰਨੀ ਚਾਹੀਦੀ ਸੀ, ਨਹੀਂ ਕੀਤਾ। ਇਹ ਇਹਨਾਂ ਦੀ ਸਰਕਾਰ ਦੀ ਕੀ ਮਨਸ਼ਾ ਹੈ ਮੈਨੂੰ ਨਹੀਂ ਪਤਾ, ਪਰ ਇੱਕ ਗੱਲ ਜ਼ਰੂਰ ਹੈ ਕਿ ਸਕੋਪ ਹੈਗਾ ਤੇ ਇਹ ਸਰਕਾਰ ਦੀ ਮਨਸ਼ਾ ਅਜੇ ਤੱਕ ਠੀਕ ਲੱਗਦੀ ਹੈ। ਪਰ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ, ਜਿਹੜੀ ਕਿ ਇੱਕ ਮਿੰਟ ਬਸ, ਕਿ ਜਿਹੜਾ ਇਹ 6,000 ਕਰੋੜ ਦਾ ਵਾਧਾ ਰੈਵਨਿਊ ਚ ਦੱਸਿਆ ਜਾ ਰਿਹਾ, ਉਹਦੇ ਚ 3,300 ਕਰੋੜ ਸੈਂਟਰਲ ਗ੍ਰਾਂਟ ਵਧੀ ਹੈ ਇਸ ਪੀਰੀਅਡ ਦੇ ਵਿੱਚ, ਇਸ ਕੁਆਟਰ ਚ 3,300 ਕਰੋੜ। ਸੋ ਇਹਨਾਂ ਦਾ ਉਹਦੇ ਵਿੱਚ ਕੋਈ ਬਹੁਤ ਵੱਡਾ ਸਰਕਾਰ ਦਾ ਯੋਗਦਾਨ ਨਹੀਂ ਹੈ ਕਿ ਸਰਕਾਰੀ ਜਿਹੜੀ ਸੈਂਟਰਲ ਗ੍ਰਾਂਟ ਹੈ ਉਹ 3,300 ਕਰੋੜ ਵਧੀ ਹੈ। ਸੋ ਇਸ ਕਰਕੇ ਜਿਹੜਾ ਖਰਚਾ ਵੀ ਵਧਿਆ ਹੈ ਔਰ ਇਹਨਾਂ ਨੇ ਵੀ ਕਰਜ਼ਾ ਲੈ ਕੇ ਕਰਜ਼ਾ ਮੋੜਿਆ, ਪਰ ਕਰਜ਼ਾ ਇਹ ਠੀਕ ਹੈ ਕਿ ਘੱਟ ਲਿਆ ਤੇ ਮੋੜਿਆ ਜ਼ਿਆਦਾ ਹੈ, ਇਹ ਅੱਛੀ ਗੱਲ ਹੈ। ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਹੋਰ ਇਸ ਤਰ੍ਹਾਂ ਦੇ ਮੇਜਰ ਜਿਹੜੇ ਲੈਣੇ ਚਾਹੀਦੇ ਨੇ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਇਨਫੈਕਟ ਤੁਸੀਂ ਨੈਕਸਟ ਸਟੈਪ ਦੇ ਉੱਤੇ ਚਲੇ ਗਏ। ਮੈਂ ਐਕਚੁਅਲੀ ਇਸ ਪੂਰੇ ਚਰਚਾ ਦੇ ਦੌਰਾਨ ਇਹ ਵੀ ਚਰਚਾ ਕਰਨੀ ਚਾਹ ਰਿਹਾ ਸੀ ਕਿ ਕਿਹੜੀਆਂ ਚੀਜ਼ਾਂ ਦੇ ਉੱਤੇ ਰੈਵਨਿਊ ਵਧਾਇਆ ਜਾ ਸਕਦਾ, ਕਿਹੜੇ ਜਿਹੜੇ ਸਾਧਨ ਨੇ ਸੂਬੇ ਦੇ ਕੋਲ। ਇਨਫੈਕਟ ਤੁਸੀਂ ਬਹੁਤ ਸਾਰਿਆਂ ਦਾ ਜ਼ਿਕਰ ਆਲਰੇਡੀ ਕਰ ਚੁੱਕੇ ਹੋ, ਪਰ ਮੈਂ ਦੁਬਾਰਾ ਉਸ ਪੁਆਇੰਟ ਦੇ ਉੱਤੇ ਆਵਾਂਗਾ। ਸਾਡੇ ਨਾਲ ਬਾਕੀ ਪੈਨਲਿਸਟ ਜੁੜੇ ਹੋਏ ਨੇ, ਮੈਂ ਉਹਨਾਂ ਦਾ ਰੁਖ ਕਰਦਾ। ਅਹਿਬਾਬ ਗਰੇਵਾਲ ਜੀ, ਇਸ ਵਾਰ ਥੋੜਾ ਜਿਹਾ ਇੰਤਜ਼ਾਰ ਕਰਿਓ, ਤੁਸੀਂ ਐਂਡ ਦੇ ਵਿੱਚ ਇਸ ਵਾਰ ਜਵਾਬ ਦਿਓ। ਸਾਡੇ ਨਾਲ HS ਕਿੰਗਰਾ ਜੀ ਜੁੜੇ ਹੋਏ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਕਿੰਗਰਾ ਸਾਹਿਬ, ਦੇਖੋ ਸਰਕਾਰ ਨੇ 4 ਮਹੀਨਿਆਂ 'ਚ ਦਾਵਾ ਕਰ ਰਹੀ ਹੈ ਸਰਕਾਰ ਕਿ 4 ਮਹੀਨਿਆਂ ਦੇ ਵਿੱਚ ਅਸੀਂ 6,000 ਕਰੋੜ ਰੁਪਇਆ ਵੱਧ ਲਿਆਂਦਾ। ਇਹ ਦਾਵਾ ਇਸ ਕਰਕੇ ਵੀ ਹੈ ਕਿਉਂਕਿ ਇੱਕ ਟਵੀਟ ਅਰਵਿੰਦ ਕੇਜਰੀਵਾਲ ਦਾ ਵੀ ਆਉਂਦਾ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਭ੍ਰਿਸ਼ਟਾਚਾਰ ਦੇ ਉੱਤੇ ਲਗਾਮ ਲਗਾ ਦਿੱਤੀ ਕਿ ਤੁਸੀਂ ਲੋਕਾਂ ਵਾਸਤੇ ਕੰਮ ਕਰਨ ਦੀ ਸੋਚੋ ਦਿਲ ਨਾਲ, ਪੈਸਾ ਆਪਣੇ ਆਪ ਆਉਂਦਾ ਕਿ 4 ਮਹੀਨੇ 'ਚ ਤਾਂ ਤੁਸੀਂ ਨਹੀਂ ਕਰ ਸਕੇ ਸੀ, ਉਹ ਇਹ ਸਰਕਾਰ ਨੇ ਕਰ ਦਿੱਤਾ। ਇਹ ਦਾਵਾ ਕਰ ਰਹੇ ਨੇ। ਗੌਰਵ ਜੀ, ਘੁੰਮਣ ਸਾਹਿਬ ਨੇ ਇੱਕ ਪੁਆਇੰਟ ਕਲੀਅਰ ਕਰ ਦਿੱਤਾ, ਮੈਂ ਇਹਨੂੰ ਹੋਰ ਕਵਾਂਗਾ, ਇਹ ਸਿਰਫ ਅੰਕੜਿਆਂ ਦਾ ਹੇਰ-ਫੇਰ ਹੈ, ਇਸ ਤੋਂ ਵੱਧ ਕੁਝ ਨਹੀਂ ਹੈ। ਦੋ ਗੱਲਾਂ ਤੁਸੀਂ ਵੀ ਕਲੀਅਰ ਕਰ ਦਿੱਤੀ ਹੈ ਕਿ ਪਿਛਲੇ ਸਾਲ ਕਰੋਨਾ ਦਾ ਫੇਜ਼ਿੰਗ ਆਊਟ ਟਾਈਮ ਚੱਲ ਰਿਹਾ ਸੀ, ਜਿਹਦੇ ਕਰਕੇ ਲੋਕਾਂ ਦੇ ਖਰਚੇ ਘੱਟ ਕੀਤੇ ਸੀ, ਲੋਕਾਂ ਨੂੰ ਆਪਦੇ ਜੌਬ ਬਾਰੇ ਨਹੀਂ ਸੀ ਪਤਾ, ਲੋਕਾਂ ਨੂੰ ਫਿਊਚਰ ਬਾਰੇ ਨਹੀਂ ਸੀ ਪਤਾ। ਸੋ ਇਸ ਕਰਕੇ ਲੋਕਾਂ ਦਾ ਖਰਚਾ ਘੱਟ ਸੀ। ਜਦੋਂ ਖਰਚਾ ਘੱਟ ਕੀਤਾ ਤੇ ਉਹਦੇ ਤੇ GST ਜਿਹੜਾ ਉਹ ਕਲੈਕਸ਼ਨ ਘੱਟ ਹੋਣੀ ਸੀ। ਇੱਕ ਤਾਂ ਇਹ ਕਾਰਨ ਸੀ। ਦੂਜਾ ਕਾਰਨ ਘੁੰਮਣ ਸਾਹਿਬ ਐਗਰੀ ਕਰਨਗੇ ਕਿ GST ਦੇ ਰੇਟ ਵੀ ਰਿਵਾਈਜ਼ ਹੋਏ ਹੈ। ਬਹੁਤ ਸਾਰੀਆਂ ਚੀਜ਼ਾਂ ਤੇ GST ਹੈ ਨਹੀਂ ਸੀ, ਲਾ ਦਿੱਤਾ ਗਿਆ। ਕਈਆਂ ਚੀਜ਼ਾਂ ਦੇ ਉੱਤੇ GST ਲਾ ਕੇ ਅਪਵਰਡ ਜਿਹੜੀ ਆ ਉਹਦੀ ਮੂਵਮੈਂਟ ਹੋਈ ਹੈ GST ਟੈਕਸ ਦੀ। ਉਹ ਇਹ ਗੱਲ ਵੀ ਇੱਥੇ ਜਿਹੜੀ ਘੁੰਮਣ ਸਾਹਿਬ ਨੂੰ ਮੱਦੇ ਨਜ਼ਰ ਰੱਖਣੀ ਚਾਹੀਦੀ ਹੈ। ਸਰਕਾਰ ਦੇ ਕੋਲੇ 3 ਤਰੀਕੇ ਹੁੰਦੇ ਨੇ ਆਪਦਾ ਰੈਵਨਿਊ ਵਧਾਉਣ ਦੇ। 3 ਹੁੰਦੇ ਨੇ ਜਿੱਥੋਂ ਰੈਵਨਿਊ ਆਉਂਦਾ ਹੈ। ਇੱਕ ਟੈਕਸ ਰੈਵਨਿਊ ਹੈ, ਇੱਕ ਨਾਨ ਟੈਕਸ ਰੈਵਨਿਊ ਹੈ, ਇੱਕ ਗ੍ਰਾਂਟਸ ਇਨ ਏਡ ਹੈ। ਜੇ ਆਪਾਂ ਦੇਖੀਏ ਤਾਂ ਟੈਕਸ ਰੈਵਨਿਊ ਦੇ ਵਿੱਚ ਸਿਰਫ 2100 ਕਰੋੜ ਦਾ ਵਾਧਾ ਹੋਇਆ ਤੇ 473 ਕਰੋੜ ਦਾ ਨਾਨ ਟੈਕਸ ਦੇ ਵਿੱਚ ਵਾਧਾ ਹੋਇਆ ਤੇ ਬਾਕੀ ਘੁੰਮਣ ਸਾਹਿਬ ਨੇ ਆਲਰੇਡੀ ਕਲੀਅਰ ਕਰਤਾ ਕਿ 3200 ਕਰੋੜ ਰੁਪਇਆ 3300 ਜਿਹੜਾ ਉਹ ਗ੍ਰਾਂਟ ਇਨ ਏਡ ਹੈ, ਕੇਂਦਰ ਸਰਕਾਰ ਤੋਂ ਜਿਹੜੀ ਆਈ ਹੈ। ਉਹ 5886 ਦਾ ਉਹ ਵੀ ਹਿੱਸਾ ਬਣਾਇਆ ਹੋਇਆ ਇਹਨਾਂ ਨੇ। ਸੋ ਇਹ ਇੱਕ ਮਹਿਜ਼ ਬਹੁਤ ਵੱਡਾ ਝੂਠ ਹੈ। ਜਿਵੇਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਅਸੀਂ 30,000 ਕਰੋੜ ਰੁਪਇਆ ਰਿਸ਼ਵਤ ਬੰਦ ਕਰਕੇ ਕਮਾ ਲਾਂਗੇ। ਹੁਣ ਤੁਸੀਂ 30,000 ਕਰੋੜ ਜਦੋਂ ਰਿਸ਼ਵਤ ਬੰਦ ਕਰ ਦਿਓਗੇ, ਕੀ ਜਿਹੜੀ ਰਿਸ਼ਵਤ ਲਈ ਹੈ ਉਹ ਸਰਕਾਰ ਦੇ ਰੈਵਨਿਊ ਚ ਆ ਜਾਊਗੀ ਜਿਹੜੀ ਰਿਸ਼ਵਤ ਜਾਂਦੀ ਹੈ। ਉਸ ਜੇ ਫਰਜ਼ ਕਰ ਲਓ ਇੱਕ ਪਟਵਾਰੀ ਜਿਹੜਾ ਹੈ ਜਾਂ ਤਹਿਸੀਲਦਾਰ ਜਿਹੜਾ ਹੈ ਕਿਸੇ ਜ਼ਮੀਨ ਦੀ ਰਜਿਸਟਰੀ ਵਾਸਤੇ ਲੱਖ ਰੁਪਇਆ ਲੈਂਦਾ ਹੈ, ਤੁਸੀਂ ਉਹ ਜਦੋਂ ਬੰਦ ਕਰਾ ਦਿਓਗੇ ਤਾਂ ਲੱਖ ਰੁਪਇਆ ਸਰਕਾਰ ਦੇ ਖਜ਼ਾਨੇ ਜਮ੍ਹਾਂ ਹੋਊਗਾ? ਬਿਲਕੁਲ ਨਹੀਂ ਹੋਣਾ। ਇਸ ਕਰਕੇ ਰਿਸ਼ਵਤ ਬੰਦ ਕਰਨ ਦੇ ਨਾਲ ਕਦੇ ਵੀ ਸਟੇਟ ਦਾ ਰੈਵਨਿਊ ਵੱਧ ਸਕਦਾ। ਹਾਂ, ਟੈਕਸ ਦੀ ਪਿਲਫਰੇਜ, GST ਦੀ ਪਿਲਫਰੇਜ ਹੁੰਦੀ ਹੈ, ਕਿਤੇ ਕੋਈ ਹੋਰ ਕਿਸੇ ਕਿਸਮ ਦੀ ਜਿਹੜੀ ਆ ਉਹ ਪਿਲਫਰੇਜ ਹੁੰਦੀ ਹੈ, ਉਹਨੂੰ ਰੋਕ ਕੇ ਤੁਸੀਂ ਜ਼ਰੂਰ ਸਟੇਟ ਦਾ ਰੈਵਨਿਊ ਵਧਾ ਸਕਦੇ ਹੋ। ਤੀਜੀ ਗੱਲ ਜਿਹੜੀ ਘੁੰਮਣ ਸਾਹਿਬ ਨੇ ਕੀਤੀ ਹੈ, ਉਹ ਆਪ ਹੀ ਉਹਨਾਂ ਨੇ ਦੱਸਤਾ ਕਿ 10,000 ਜਿਹੜਾ ਉਹਨਾਂ ਨੇ ਕਰਜ਼ਾ ਮੋੜਿਆ, ਜਿਹਦੇ ਵਿੱਚ ਪ੍ਰਿੰਸੀਪਲ 2,000 ਕਰੋੜ ਹੈ ਤੇ ਬਾਕੀ ਜਿਹੜਾ 8,000 ਕਰੋੜ ਹੈ ਉਹ ਇੰਟਰਸਟ ਹੈ।
ਜਿਹੜਾ ਪ੍ਰਿੰਸੀਪਲ 2000 ਕਰੋੜ ਉਹਨਾਂ ਨੇ ਮੋੜਿਆ ਹੈ, ਉਸ ਪ੍ਰਿੰਸੀਪਲ ਨੂੰ ਮੋੜਨ ਵਾਸਤੇ ਉਹਨਾਂ ਨੇ 8000 ਕਰੋੜ ਦਾ ਹੋਰ ਕਰਜ਼ਾ ਲਿਆ ਹੈ। ਤੁਸੀਂ ਇਹ ਕਹਿਣਾ ਅੱਜ ਭਗਵੰਤ ਮਾਨ ਜੀ ਮੁੱਖ ਮੰਤਰੀ ਮਾਨਯੋਗ ਪੰਜਾਬ ਦੇ ਕਹਿੰਦੇ ਸੀ ਕਿ ਮੈਂ ਤਾਂ ਲੋਕਾਂ ਤੋਂ ਰਿਕਵਰੀ ਕਰਾਂਗਾ, ਇੱਕ ਇਨਕੁਆਇਰੀ ਬਿਠਾਵਾਂਗਾ ਕਿਹਨੇ ਕਰਜ਼ਾ ਕਿਉਂ ਲਿਆ ਤੇ ਕਿਵੇਂ ਲਿਆ, ਤੇ 8000 ਕਰੋੜ ਦੀ ਇਨਕੁਆਇਰੀ ਕਰਾਉਣ ਦੀ ਲੋੜ ਹੀ ਨਹੀਂ, ਉਹਨਾਂ ਦੀ ਆਪਦੀ ਸਰਕਾਰ ਆ, ਉਹਨਾਂ ਨੂੰ ਪਤਾ ਵੀ ਕਿਹਨੇ ਲਿਆ ਤੇ ਕਿਉਂ ਲਿਆ। ਜਿਸ ਕੰਮ ਵਾਸਤੇ ਇਹਨਾਂ ਨੇ 8000 ਕਰੋੜ ਕਰਜ਼ਾ ਲਿਆ, ਮੈਨੂੰ ਪੂਰਾ ਯਕੀਨ ਹੈ ਕਿ ਉਸੇ ਕੰਮ ਵਾਸਤੇ ਪਿਛਲੀਆਂ ਸਰਕਾਰਾਂ ਵੀ ਕਰਜ਼ੇ ਲੈਂਦੀਆਂ ਰਹੀਆਂ। ਨਹੀਂ ਪਰ ਮੈਂ ਕਿੰਗਰਾ ਸਾਹਿਬ ਤੁਹਾਨੂੰ ਵਿਚਾਲੇ ਰੋਕਾਂ, ਲੋਕ ਇਹ ਵੀ ਸਮਝਣਾ ਚਾਹੁੰਦੇ ਕਿ ਫਿਰ ਜੇ 3300 ਗ੍ਰਾਂਟ ਆਈ 3300 ਕਰੋੜ ਦੀ ਗ੍ਰਾਂਟ ਇਨ ਏਡ ਹੈ, ਮੈਂ ਸਰ ਆਉਣਾ ਤੁਹਾਡੇ ਕੋਲ ਇੱਕ ਵਾਰੀ ਆਉਣਾ, ਦੇਖੋ ਇਹ ਵੀ ਲੋਕ ਕਹਿਣਗੇ ਕਿ ਫਿਰ ਸਾਬਕਾ ਸਰਕਾਰ ਕਿਉਂ ਨਹੀਂ ਕਰ ਸਕੀ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਤਾਂ ਮਤਲਬ ਇਹ ਹੈ ਕਿ 6000 ਕਰੋੜ ਖਜ਼ਾਨੇ 'ਚ ਆਇਆ ਹੈ। ਨਹੀਂ ਸਾਬਕਾ ਸਰਕਾਰ ਇਸ ਕਰਕੇ ਨਹੀਂ, ਗ੍ਰਾਂਟ ਇਨ ਏਡ ਜਿਹੜੀ ਹੈ ਉਹ ਫਾਈਨਾਂਸ ਕਮਿਸ਼ਨ ਜਿਹੜਾ ਉਹ ਕਰਦਾ ਹੈਗਾ ਹਮੇਸ਼ਾ। ਤੁਹਾਨੂੰ ਇਹ ਜਿਹੜਾ ਸੈਂਟਰ ਦਾ ਜਿਹੜਾ ਫਾਈਨਾਂਸ ਕਮਿਸ਼ਨ ਹੈ, ਗ੍ਰਾਂਟ ਇਨ ਏਡ ਜਿਹੜੀ ਹੈ ਉਹ ਪਿਛਲੇ ਸਾਲ ਕਿਉਂ ਨਹੀਂ ਆਈ ਤੇ ਐਤਕੀ ਕਿਉਂ ਆਈ ਹੈ, ਇਹਦਾ ਕੋਈ ਇਹੋ ਜਿਹਾ ਕਾਰਨ ਨਹੀਂ ਹੁੰਦਾ। ਹੋ ਸਕਦਾ ਕੇਂਦਰ ਦੀਆਂ ਕੋਈ ਸਕੀਮਾਂ ਨਵੀਆਂ ਬਣੀਆਂ ਹੈਗੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਦੇ ਵਿੱਚ ਪੈਸੇ ਆ ਰਹੇ ਹੈ, ਪਰ ਤੁਸੀਂ ਮੈਂ ਮੰਨਦਾ ਕਿ ਥੋੜਾ ਜਿਹਾ ਵਧਿਆ GST 2500 ਕਰੋੜ ਤਾਂ ਦੇਖਿਆ ਜਿਹੜਾ ਤੁਸੀਂ ਕਹਿ ਰਹੇ ਹੋ ਟੈਕਸ ਤੇ ਨਾਨ ਟੈਕਸ ਜਿਹੜੇ ਹੈਗੇ, ਤੁਸੀਂ GST ਦਾ ਜਿਹੜਾ ਹੈਗਾ ਉਹ ਰੇਟ ਦੇਖੋ ਪਿਛਲੇ ਸਾਲ। ਤੀਜੀ ਗੱਲ ਇੱਕ ਹੋਰ ਜਿਹੜੀ ਐਕਸਾਈਜ਼ ਦੇ ਵਿੱਚ ਵਾਧਾ ਹੋਇਆ, ਸੱਚ ਮੈਂ ਭੁੱਲ ਗਿਆ ਸੀ ਗੱਲ ਕਰਨੀ, ਐਕਸਾਈਜ਼ ਦੇ ਵਿੱਚ ਵਾਧਾ ਇਸ ਕਰਕੇ ਹੋਇਆ ਕਿ 31 ਮਾਰਚ ਨੂੰ ਇਸ ਵਾਰੀ ਠੇਕੇ ਬੰਦ ਨਹੀਂ ਹੋਏ, ਉਹਨਾਂ ਠੇਕਿਆਂ ਨੂੰ ਐਕਸਟੈਂਸ਼ਨ ਦੇ ਦਿੱਤੀ ਗਈ। ਜਿਹੜੀ ਸਸਤੀ ਸ਼ਰਾਬ ਮਾਰਚ ਦੇ ਵਿੱਚ ਵਿਕਦੀ ਸੀ, ਉਹ ਸਸਤੀ ਸ਼ਰਾਬ ਜਿਹੜੀ ਹੈ ਅਪ੍ਰੈਲ ਮਈ ਤੇ ਜੂਨ ਦੇ ਵਿੱਚ ਵੀ ਵਿਕੀ ਹੈ, ਉਹਨਾਂ ਹੀ ਠੇਕੇਦਾਰਾਂ ਨੇ ਵੇਚੀ ਹੈ ਜਿਨ੍ਹਾਂ ਨੇ ਪਿਛਲਾ ਸਟਾਕ ਆਪਦਾ ਜਮ੍ਹਾਂ ਕਰ ਰੱਖਿਆ ਸੀਗਾ। ਸੋ ਇਸ ਕਰਕੇ ਇਹ ਰੈਵਨਿਊ ਜਿਹੜਾ ਐਕਸਾਈਜ਼ ਦਾ ਵਧਿਆ ਹੈਗਾ 500-700 ਕਰੋੜ ਦਾ, ਉਹਦਾ ਕਾਰਨ ਵੀ ਇਹੀ ਹੈ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਬੜਾ ਤਫਸੀਲ ਦੇ ਨਾਲ ਚੀਜ਼ਾਂ ਰੱਖੀਆਂ ਨੇ। ਤਾਂ 5886 ਕਰੋੜ ਦਾ ਇਸ ਸਮੇਂ ਜ਼ਿਕਰ ਹੋ ਰਿਹਾ, ਜਿਸ ਦੇ ਵਿੱਚ ਜ਼ਿਕਰ ਹੈ ਕਿ ਗ੍ਰਾਂਟ ਇਨ ਏਡ ਹੈ 3300 ਕਰੋੜ। ਅਹਿਬਾਬ ਗਰੇਵਾਲ ਜੀ, ਸੁਭਾਸ਼ ਜੀ ਥੋੜਾ ਇੰਤਜ਼ਾਰ ਕਰਿਓ, ਨਾਲ ਮੈਂ ਜਵਾਬ ਜ਼ਰੂਰ ਲੈਂਦਾ ਰਹਾਂਗਾ। ਅਹਿਬਾਬ ਗਰੇਵਾਲ ਜੀ, ਸਵਾਲ ਤੋਂ ਪਹਿਲਾਂ ਹੀ ਤੁਸੀਂ ਜਵਾਬ ਦੇ ਦਿਓ। ਬਹੁਤ ਸਾਰੇ ਇਲਜ਼ਾਮ ਲੱਗ ਰਹੇ ਨੇ ਕਿ ਜਿਹੜਾ ਅੰਕੜਿਆਂ ਦਾ ਹੇਰ ਫੇਰ ਕਰਕੇ ਤੁਸੀਂ ਦਿਖਾ ਰਹੇ ਹੋ 6000 ਕਰੋੜ ਦਾ, ਜਿਹੜਾ ਕਰੀਬ 6000 ਕਰੋੜ ਦਾ ਅੰਕੜਾ ਹੈ। ਜੀ ਗੌਰਵ ਜੀ 5886 ਤਾਂ ਮੈਂ ਕਿਹਾ ਹੀ ਹੁਣ ਸੁਣੋ ਐਕਚੁਅਲਿਟੀ ਕੀ ਹੈ। ਐਕਚੁਅਲਿਟੀ ਇਹ ਹੈ, ਮੁੱਕਦੀ ਗੱਲ ਇਹ ਹੈ ਕਿ ਜਿਹੜੀ ਰੈਵਨਿਊਜ਼ ਵਧੀਆ ਨੇ, ਕਿਵੇਂ ਵਧੀਆ ਨੇ। ਪਹਿਲੀ ਗੱਲ ਕੀ ਹੋਈ ਹੈ ਕਿ ਜਿਹੜਾ ਪੰਜਾਬ ਕਰਜ਼ਾ ਦਿੰਦਾ ਸੀਗਾ ਤੇ ਜਿਹਦੇ ਤੇ ਆਪਾਂ ਇੰਟਰਸਟ ਦਿੰਦੇ ਸੀ, ਉਹ 1.2% ਇੰਟਰਸਟ ਘਟ ਗਿਆ। ਪਹਿਲੀ ਗੱਲ 1.2% ਉਹਦਾ ਇੰਟਰਸਟ ਘਟ ਗਿਆ, ਤਾਂ ਉਹ ਆਲਮੋਸਟ 3000 ਕਰੋੜ ਦਾ ਫਰਕ ਪੈ ਗਿਆ। ਪਹਿਲੀ ਗੱਲ। ਦੂਜੀ ਗੱਲ, ਜਿਹੜੀਆਂ ਰੈਵਨਿਊ ਸੀਗੀਆਂ, ਹੁਣ ਫਰਕ ਇੱਕ ਹੁੰਦਾ ਜੀ, ਬੜੇ ਮਾਣ ਨਾਲ ਮੇਰੇ ਵੀਰ ਕਹਿੰਦੇ ਨੇ ਫਲਾਣਾ ਹੋ ਗਿਆ ਜੀ, ਸੈਂਟਰ ਨੇ ਕਰਤਾ, ਧਮਕਾਣਾ ਕਰਤਾ। ਜਦੋਂ ਮੰਤਰੀ ਦਾ ਹਿੱਸਾ ਨਹੀਂ ਹੋਊਗਾ, ਸੰਤਰੀ ਦਾ ਕਿਵੇਂ ਹੋਊਗਾ? ਐਂਡ ਉਹਦਾ ਫਰਕ ਕੀ ਹੈ? ਉਹਦਾ ਫਰਕ ਸਿਰਫ ਇੰਨਾ ਕੁ ਹੈ ਕਿ ਪੈਟਰੋਲ ਤੇ, ਡੀਜ਼ਲ ਤੇ, ਹਰ ਚੀਜ਼ ਤੇ ਤੁਸੀਂ ਜੀ ਤੇ ਟੈਕਸ ਵਧਾਇਆ। ਅਸੀਂ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਗੱਲ ਕਹਿ ਰਹੇ ਕਿ ਸਾਡੀ ਐਫੀਸ਼ੀਐਂਸੀ ਜਿਹੜੀ ਹੈ, ਐਫੀਸ਼ੀਐਂਸੀ ਗੌਰਵ ਜੀ ਇੰਨਾ ਵਧੀਆ ਹੈ। GST ਕਹਿ ਲਓ, ਫਲਾਣਾ ਕਹਿ ਲਓ, ਧਮਕਾਣਾ ਕਹਿ ਲਓ। ਹੁਣ ਸੁਣੋ ਮੈਂ 2-3 ਗੱਲਾਂ ਕਹੂੰਗਾ ਜੀ। ਇਹ ਕਹਿੰਦੇ ਕਿ ਰੈਵਨਿਊ ਕਿੱਥੋਂ ਵਧੂਗਾ? ਤੁਹਾਡੇ ਕੋਲ ਫਿਕਸਡ ਰੈਵਨਿਊ ਦੇ ਮਾਮਲੇ, ਸਾਡੇ ਕੋਲ ਰੈਵਨਿਊ ਕਿੱਥੋਂ ਵਧੂਗਾ? ਤੇ ਪੰਚਾਇਤੀ ਲੈਂਡ ਵਧਾਵਾਂਗੇ, ਅਸੀਂ ਅਰਬਨ ਡਿਵੈਲਪਮੈਂਟ ਨੂੰ ਆਰਗੇਨਾਈਜ਼ ਕਰਾਂਗੇ, ਅਸੀਂ ਆਪਣੇ ਅਰਬਨ ਏਰੀਆਜ਼ ਨੂੰ ਗੈਟੋਜ਼ ਨਹੀਂ ਬਣਨ ਦੇਵਾਂਗੇ, ਅਸੀਂ ਆਪਣਾ ਜਿਹੜਾ ਪੇਂਡੂ ਵਿਕਾਸ ਹੈ ਉਹਦੇ ਲਈ ਅੱਡ ਕੰਮ ਕਰਾਂਗੇ। ਅਸੀਂ ਪੈਸੇ ਦੇਖੋ ਬਚਾਅ ਕਿੱਥੋਂ ਹੁੰਦਾ? ਬਚਾਅ ਇੱਥੋਂ ਹੁੰਦਾ ਗੌਰਵ ਜੀ। ਮੈਂ ਵਾਟਰ ਕੰਜ਼ਰਵੇਸ਼ਨ ਦੀ ਮੀਟਿੰਗ ਤੇ ਗਿਆ, ਆਪਣਾ 200 ਕਿਊਸੈਕ ਪਾਣੀ ਹਰ ਰੋਜ਼ ਰਾਜਸਥਾਨ ਨੂੰ ਫਾਲਤੂ ਜਾ ਰਿਹਾ। ਕਿਉਂ ਜਾ ਰਿਹਾ? ਕਿਉਂਕਿ ਮੋਟਰਾਂ ਲੱਗੀਆਂ ਨੇ। ਨਹਿਰੀ ਜਿਹੜਾ ਹੈਗਾ ਸਿਸਟਮ, ਉਹਦਾ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਜੇ ਉਹਦੇ ਚ ਪਾਣੀ ਚੱਲ ਜਾਵੇ, ਹਰ ਰੋਜ਼ ਦਾ 200 ਕਰੋੜ ਰੁਪਇਆ ਬਚਦਾ। ਉਹ ਕਿਸੇ ਨੇ ਸੋਚਿਆ ਨਹੀਂ। ਉਹ ਸੋਚਿਆ ਕਿਉਂ ਨਹੀਂ? ਕਿਉਂਕਿ ਨੀਤੀ ਨਹੀਂ ਸੀ। ਅੱਗੇ ਚੱਲੋ ਜੀ, ਅੱਗੇ ਇਹ ਕਹਿੰਦੇ ਆ 5 ਟ੍ਰਿਲੀਅਨ ਦੀ ਅਸੀਂ ਇਕਨੋਮੀ ਬਣਾਵਾਂਗੇ। ਇਹ ਸਾਰੇ ਕਹਿੰਦੇ ਆ ਇੰਨਾ ਸਾਡਾ ਵੱਧ ਗਿਆ, ਇੰਨਾ ਸਾਡਾ ਵੱਧ ਗਿਆ। ਬਲੂਮਬਰਗ ਦੀ ਰਿਪੋਰਟ ਆ, ਬਲੂਮਬਰਗ ਕਹਿੰਦਾ ਹੈ ਕਿ ਜੇ ਹਿੰਦੁਸਤਾਨ ਚ ਲੋਕ ਇਕੱਠੇ ਰਹੇ, if there is communal amity in India will grow, otherwise it will go negative, ਜਿਹੜਾ ਕਿ ਅੱਜ ਜਾ ਰਿਹਾ। ਪਰ ਬਲੂਮਬਰਗ ਪੰਜਾਬ ਦੇ ਬਾਰੇ ਕੀ ਕਹਿੰਦਾ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਸੋਸ਼ਲ ਸਪੈਂਡਿੰਗ ਹੋ ਰਹੀ ਹੈ। ਸੋਸ਼ਲ ਸਪੈਂਡਿੰਗ ਦਾ ਮਤਲਬ ਕਿ ਗਰੀਬਾਂ ਤੇ, ਹੈਲਥ ਤੇ, ਐਜੂਕੇਸ਼ਨ ਤੇ ਪੈਸੇ ਲੱਗ ਰਹੇ ਹੈ। ਐਜੂਕੇਸ਼ਨ ਤੇ ਪੈਸੇ ਲੱਗਣ ਦਾ ਮਤਲਬ ਇਹ ਹੈ ਗੌਰਵ ਜੀ, ਐਜੂਕੇਸ਼ਨ ਤੇ ਹੈਲਥ ਤੇ, ਕਿ ਆਉਣ ਵਾਲੀਆਂ ਪੀੜ੍ਹੀਆਂ ਸਿਹਤਮੰਦ ਹੋਣਗੀਆਂ, ਆਉਣ ਵਾਲੇ ਬੱਚਿਆਂ ਕੋਲ ਬੈਟਰ ਐਜੂਕੇਸ਼ਨ ਹੋਊਗੀ, ਉਹ ਬਾਹਰ ਨਹੀਂ ਭੱਜਣਗੇ, ਉਹ ਸਟੇਟ ਦੀ ਇਕਨੋਮੀ ਹਿੱਸਾ ਪਾਉਣਗੇ। ਮੈਂ ਮਾਫੀ ਚਾਹੁੰਦਾ, ਮੈਂ ਵਿਚਾਲੇ ਰੋਕਣਾ। ਦੇਖੋ ਮੈਂ ਪੁਆਇੰਟ ਦੇ ਉੱਤੇ ਆਉਣਾ ਕਿ ਲੋਕ ਜਾਣਨਾ ਚਾਹੁੰਦੇ ਨੇ 6000 ਕਰੋੜ ਕਿਵੇਂ ਵਧਿਆ। ਨਹੀਂ ਗੌਰਵ ਜੀ, 6000 ਕਰੋੜ ਤੁਸੀਂ ਕਿਹਾ, ਹੁਣ ਮੈਂ ਤੁਹਾਨੂੰ ਦੱਸਦਾ। ਹੁਣ ਮੇਰੇ ਤੋਂ ਨੰਬਰ ਲਓ। ਹੁਣ ਮੇਰੇ ਤੋਂ 5886 ਕਰੋੜ ਐਗਜ਼ੈਕਟ ਫਿਗਰ ਮੈਂ ਬੋਲ ਦਿੰਦਾ, ਜੋ ਖਜ਼ਾਨਾ ਮੰਤਰੀ ਕਹਿ ਕੇ ਗਏ ਨੇ। ਖਜ਼ਾਨਾ ਮੰਤਰੀ ਨੇ, ਇੱਕ ਮਿੰਟ ਥੋੜੀ ਜਿਹੀ ਬ੍ਰੇਕਡਾਊਨ ਵੀ ਦੱਸ ਦਿਓ।
ਬ੍ਰੇਕਡਾਊਨ ਇਹ ਹੈ, ਖਜ਼ਾਨਾ ਮੰਤਰੀ ਕਹਿੰਦੇ ਜੀ ਕਿ 3000 ਕਰੋੜ ਤਾਂ ਅਸੀਂ ਰੀਨੇਗੋਸ਼ੀਏਟ ਕਰਤਾ, ਜਿਹੜੀਆਂ ਸਾਡੀਆਂ ਅਸੀਂ ਇੰਟਰਸਟ ਦੇਣਾ ਸੀ 1.2% ਅਸੀਂ ਇੰਟਰਸਟ ਘਟਾ ਲਿਆ। 42% ਇਹ ਕਹਿਣਗੇ ਕਿ ਅਪ੍ਰੈਲ ਚ ਤੁਹਾਡੇ ਕੋਲ 3% ਆਇਆ, ਮਈ ਸਾਡੇ ਕੋਲ 42% ਇਨਕਰੀਜ਼ ਇਨ GST ਆਇਆ ਜੀ। ਉਸ ਤੋਂ ਬਾਅਦ ਖਜ਼ਾਨਾ ਮੰਤਰੀ ਕੀ ਕਹਿੰਦੇ ਆ, ਇਹ ਹੋ ਗਿਆ ਲਗਭਗ 3000 ਤੇ ਲਗਭਗ ਤੁਸੀਂ ਲਾ ਲਓ 1100 ਕਰੋੜ 4100 ਕਰੋੜ ਦਾ। ਉਸ ਤੋਂ ਬਾਅਦ ਹੋ ਗਈ ਵੈਟ ਦੀ ਕਲੈਕਸ਼ਨ। ਵੈਟ ਦੀ ਕਲੈਕਸ਼ਨ ਹੋ ਗਈ ਗੌਰਵ ਜੀ ਲਗਭਗ ਅਬਾਊਟ 10%, ਮੋਟਾ ਮੋਟਾ 10% ਹੋ ਗਈ, ਠੀਕ ਹੈ ਜੀ। ਦੈਟ ਇਜ਼ ਅਗੇਨ ਅਬਾਊਟ 5200 ਕਰੋੜ। ਹੁਣ ਕੀ ਹੋਇਆ, ਜਿਹੜੇ ਬਾਕੀ ਦੇ ਪੈਸੇ ਸੀਗੇ, ਜਦੋਂ ਹਰ ਮਹਿਕਮੇ ਜਾ ਕੇ 2000 ਰੁਪਏ ਜਮ੍ਹਾਂ ਕਰਾਉਣ ਲਈ 20000 ਦੀ ਰਿਸ਼ਵਤ ਦੇਣੀ ਪੈਂਦੀ ਸੀ, ਜਦੋਂ ਗੌਰਵ ਜੀ ਉਹ ਬੰਦ ਹੋ ਗਿਆ ਤਾਂ ਸਰਕਾਰੀ ਖਜ਼ਾਨੇ 'ਚ ਪੈਸਾ ਆਉਣ ਲੱਗ ਗਿਆ। ਸਰਕਾਰੀ ਖਜ਼ਾਨੇ 'ਚ ਪੈਸਾ ਆਉਣ ਲੱਗਿਆ, ਰੈਵਨਿਊਜ਼ ਵੱਧ ਗਿਆ। ਪੰਜਾਬ ਦਾ ਕੋਈ ਮਹਿਕਮਾ ਨਹੀਂ ਆਇਆ। ਮੈਂ ਉਸ ਪੁਆਇੰਟ ਦੇ ਉੱਤੇ ਆਣਾ ਸਰ, ਮੈਂ ਉਸ ਪੁਆਇੰਟ ਦੇ ਉੱਤੇ ਆਣਾ, ਮੈਂ ਉਸ ਪੁਆਇੰਟ ਦੇ ਉੱਤੇ ਆਉਂਗਾ। ਥੋੜਾ ਜਿਹਾ ਇੰਤਜ਼ਾਰ ਕਰਿਓ, ਤੁਹਾਡਾ ਪੁਆਇੰਟ ਆ ਗਿਆ। ਮੈਂ ਸੁਭਾਸ਼ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਮੈਂ ਐਕਚੁਅਲੀ ਉਸ ਪੁਆਇੰਟ ਦੇ ਉੱਤੇ ਆਵਾਂਗਾ ਕਿ ਭ੍ਰਿਸ਼ਟਾਚਾਰ ਦੇ ਉੱਤੇ ਜੋ ਕਿੰਗਰਾ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਭ੍ਰਿਸ਼ਟਾਚਾਰ ਤੇ ਕਿ ਜੇ ਅੱਜ ਕਿਸੇ ਤਹਿਸੀਲ ਆਫਿਸ ਦੇ ਵਿੱਚ ਜਾ ਕੇ ਲੋਕਾਂ ਨੂੰ ਨਹੀਂ ਦੇਣੀ ਪੈ ਰਹੀ, ਜੋ ਤੁਸੀਂ ਦਾਅਵਾ ਕਰਦੇ ਹੋ ਕਰਪਸ਼ਨ ਨਹੀਂ ਹੋਣੀ, ਤਾਂ ਉਸ ਦਾ ਰੈਵਨਿਊ ਤੇ ਕਿਵੇਂ ਅਸਰ ਆ ਰਿਹਾ ਹੈ, ਤੁਸੀਂ ਉਹ ਜ਼ਰੂਰ ਸਮਝਾਇਓ। ਪਰ ਪਹਿਲਾਂ ਮੈਂ ਇੱਕ ਵਾਰੀ ਸੁਭਾਸ਼ ਜੀ ਦਾ ਰੁਖ ਕਰ ਲਵਾਂ। ਸੁਭਾਸ਼ ਜੀ, ਇੱਕ ਵਾਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਫਿਰ ਤੋਂ ਥੋੜਾ ਜਿਹਾ ਇੰਤਜ਼ਾਰ ਤੁਹਾਨੂੰ ਕਰਨਾ ਪਿਆ, ਪਰ ਸਰਕਾਰ ਦੇ ਦਾਅਵੇ ਨੂੰ ਕਿਵੇਂ ਦੇਖ ਰਹੀ ਹੈ ਬੀਜੇਪੀ? ਕਿਉਂਕਿ ਬੀਜੇਪੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਤੇ ਇਸ ਵਿਚਾਲੇ ਗ੍ਰਾਂਟ ਇਨ ਏਡ ਦਾ ਜ਼ਿਕਰ ਵੀ ਹੋ ਰਿਹਾ ਹੈ ਤੇ ਇਸ ਵਿਚਾਲੇ ਜ਼ਿਕਰ GST ਕਲੈਕਸ਼ਨ ਦਾ ਵੀ ਹੋ ਰਿਹਾ ਹੈ। ਕਿਵੇਂ ਤੁਸੀਂ ਦੇਖ ਰਹੇ ਹੋ ਪੰਜਾਬ ਬੀਜੇਪੀ ਕਿਵੇਂ ਇਸ ਨੂੰ ਦੇਖਦੀ ਹੈ, ਜੋ ਆਮ ਆਦਮੀ ਪਾਰਟੀ ਇਸ ਸਮੇਂ ਦਾਅਵਾ ਕਰ ਰਹੀ ਹੈ ਕਿ ਅਸੀਂ ਜਿਹੜੇ ਸਟੈਪ ਚੁੱਕੇ ਨੇ ਉਸ ਦਾ ਅਸਰ ਹੈ ਕਿ 6000 ਕਰੋੜ ਰੁਪਇਆ ਰੈਵਨਿਊ ਵੱਧ ਗਿਆ ਪੰਜਾਬ ਦਾ? ਦੇਖੋ, ਆਮ ਆਦਮੀ ਪਾਰਟੀ ਦਾ ਇੱਕ ਸੁਭਾਅ ਹੈ ਕਿ ਉਹ ਹਰ ਚੀਜ਼ ਜਿਹੜੀ ਚੰਗੀ ਹੁੰਦੀ ਹੈ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੀ ਹੈ, ਔਰ ਹਰ ਚੀਜ਼ ਜਿਹੜੀ ਖਰਾਬ ਹੁੰਦੀ ਹੈ ਉਹ ਤੋਂ ਜ਼ਿੰਮੇਵਾਰੀਆਂ ਤੋਂ ਭੱਜਦੀ ਹੈ। ਅੱਛੀ ਗੱਲ ਹੈ ਕਿ ਪੰਜਾਬ ਦਾ ਰੈਵਨਿਊ ਵਧਿਆ, ਉਹਦੇ 'ਚ GST ਦਾ ਬਹੁਤ ਵੱਡਾ ਰੋਲ ਹੈ। GST ਦੀ ਜਿਹੜੀ ਕਲੈਕਸ਼ਨ ਹੋਈ ਹੈ, ਔਰ ਹਰਪਾਲ ਚੀਮਾ ਸਾਹਿਬ ਆਪਣੀ ਪਿੱਠ ਥਪਥਪਾ ਰਹੇ ਸੀ ਕਿ ਪੰਜਾਬ 'ਚ ਪਿਛਲੇ 4 ਮਹੀਨਿਆਂ 'ਚ ਜਿਹੜੀ GST ਦੀ ਕਲੈਕਸ਼ਨ ਹੈ ਉਹ 24% ਵਧੀ ਹੈ, 27% ਦਾ ਟਾਰਗੇਟ ਸੀ ਜੀ। ਲੇਕਿਨ ਮੈਂ ਉਹਨਾਂ ਨੂੰ ਯਾਦ ਦਿਲਾ ਦਿਆਂ ਕਿ ਨੈਸ਼ਨ ਵਾਈਡ ਫਿਨੋਮੀਨਾ ਹੈ। ਹਿੰਦੁਸਤਾਨ ਦੀ ਓਵਰਆਲ ਜਿਹੜੀ ਗਰੋਥ ਹੋਈ ਹੈ ਇਹਨਾਂ 4 ਮਹੀਨਿਆਂ 'ਚ 35% ਹੋਈ ਹੈ GST ਕਲੈਕਸ਼ਨ ਦੀ। ਦੇਸ਼ ਦੀ ਗਰੋਥ 35% ਹੋ ਰਹੀ ਹੈ ਔਰ ਪੰਜਾਬ ਦੀ GST ਕਲੈਕਸ਼ਨ ਦੀ ਗਰੋਥ 24% ਹੋ ਰਹੀ ਹੈ। ਤੇ ਪਿੱਠ ਥਪਥਪਾਉਣ ਵਾਲੀ ਗੱਲ ਹੈ ਕਿ ਵਿਚਾਰ ਕਰਨ ਵਾਲੀ ਗੱਲ ਹੈ ਕਿ ਕਿਉਂ ਸਾਡੀ GST ਦੀ ਜਿਹੜੀ ਕਲੈਕਸ਼ਨ ਹੈ ਉਹ ਨੈਸ਼ਨਲ ਐਵਰੇਜ ਤੋਂ ਪਿੱਛੇ ਹੈ। ਕਰਨਾਟਕਾ ਦੀ 45% ਹੋਈ ਹੈ, ਹਰਿਆਣੇ ਦੀ ਵੀ ਸਾਡੇ ਤੋਂ ਜ਼ਿਆਦਾ 27% ਹੋਈ ਹੈ। ਔਰ ਅਗਰ ਅਸੀਂ ਪਰਸੈਂਟੇਜਾਂ ਨੂੰ ਛੱਡ ਵੀ ਦਈਏ ਜੀ ਤੇ ਇਸ ਦਾ ਵਿਚਾਰ ਕਰਨਾ ਪੈਂਦਾ ਹੈ ਕਿ ਤੁਸੀਂ ਬਾਕੀ ਸਟੇਟਾਂ ਛੱਡ ਦਿਓ, ਹਰਿਆਣਾ ਦੀ ਕੰਪੈਰੀਜ਼ਨ ਕਰ ਲਓ ਕਿ ਹਰਿਆਣੇ ਦੀ GST ਦੀ ਜਿਹੜੀ ਟੋਟਲ ਕਲੈਕਸ਼ਨ ਹੈ ਜੀ, ਉਹ ਚਾਹੇ ਪਿਛਲੇ ਮਹੀਨੇ ਦੀ ਹੋਏਗੀ ਜਾਂ ਪਿਛਲੇ 4 ਮਹੀਨਿਆਂ ਦੀ ਹੋਏਗੀ, ਜਿਹਦਾ ਉਹ ਜ਼ਿਕਰ ਕਰ ਰਹੇ ਨੇ, ਪੰਜਾਬ ਨਾਲੋਂ ਲਗਭਗ 3 ਗੁਣਾ ਜ਼ਿਆਦਾ GST ਕਲੈਕਸ਼ਨ ਹਰਿਆਣੇ ਦੀ ਹੋ ਰਹੀ ਹੈ। ਤੇ ਫਿਰ ਇਹਦੇ ਬਾਰੇ ਉਹਨਾਂ ਦਾ ਕੀ ਕਹਿਣਾ? ਹਰਿਆਣਾ 'ਚ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, 8 ਸਾਲ ਤੋਂ BJP ਦੀ ਸਰਕਾਰ ਹੈ। ਅਗਰ 3 ਗੁਣਾ GST ਕਲੈਕਸ਼ਨ, ਹਰਿਆਣਾ ਪੰਜਾਬ ਤੋਂ ਛੋਟੀ ਸਟੇਟ, ਜਿਓਗ੍ਰਾਫਿਕਲੀ ਵੀ ਛੋਟੀ ਹੈ, ਪੋਪੂਲੇਸ਼ਨ ਵਾਈਜ਼ ਵੀ ਛੋਟੀ ਹੈ, ਉਹਦੇ ਬਾਵਜੂਦ ਉਹਦੀ GST ਕਲੈਕਸ਼ਨ ਦੇਖ ਲਓ, ਪਰਸੈਂਟੇਜ ਗਰੋਥ ਵੀ ਉਹਦੀ ਸਾਡੇ ਨਾਲੋਂ ਜ਼ਿਆਦਾ ਹੈ, ਨੈਸ਼ਨਲ ਦੀ ਐਵਰੇਜ ਗਰੋਥ ਵੀ ਸਾਡੇ ਨਾਲੋਂ ਜ਼ਿਆਦਾ ਹੋ ਰਹੀ ਹੈ ਜੀ। ਇਸ ਕਰਕੇ ਆંકੜੇਬਾਜ਼ੀ ਹੈ, ਸਿਰਫ ਝੂਠੀ ਵਾਹ ਲੈਣਾ, ਝੂਠਾ ਪ੍ਰਚਾਰ ਕਰਨਾ, ਇਹ ਆਮ ਆਦਮੀ ਪਾਰਟੀ ਦਾ ਇੱਕ ਸੁਭਾਅ ਬਣ ਗਿਆ ਹੈ। ਦੇਸ਼ ਭਰ 'ਚ ਅਗਰ ਵਪਾਰ ਪ੍ਰਫੁੱਲਤ ਹੋ ਰਿਹਾ ਹੈ, ਦੇਸ਼ ਭਰ 'ਚ ਅਗਰ ਐਕਸਪੋਰਟ ਵਧ ਰਹੇ ਨੇ, ਦੇਸ਼ ਭਰ ਦੇ ਅਗਰ ਇੰਪੋਰਟ ਘੱਟ ਹੋ ਰਹੇ ਨੇ, ਅਗਰ ਮੈਨੂਫੈਕਚਰਿੰਗ ਗਰੋ ਕਰ ਰਹੀ ਹੈ, ਉਹਦੇ ਕਰਕੇ GST ਕਲੈਕਸ਼ਨ ਵਧ ਰਹੀ ਹੈ, ਉਹਦਾ ਅਸਰ ਪੰਜਾਬ ਤੇ ਵੀ ਹੈ। ਅੱਛੀ ਗੱਲ ਹੈ। ਪਰ ਇਹ ਲੋਕ ਸਮਝਣਾ ਚਾਹੁੰਦੇ ਹੋਣਗੇ ਕਿ ਇਹੀ ਸਾਲ ਹੋਇਆ ਜਾਂ ਹਰ ਸਾਲ ਹੋ ਜਾਂਦਾ? ਸੁਭਾਸ਼ ਜੀ, ਚਲੋ ਮੈਂ ਇੱਕ ਵਾਰੀ ਜਵਾਬ ਲੈ ਲਵਾਂ। ਇਹ ਬਾਬ ਜੀ ਕਈ ਮਹੀਨੇ ਰਿਹਾ ਹੈ, ਦੂਜੀ ਵਾਰੀ ਤੀਜੀ ਵਾਰੀ ਐਸਾ ਕਿ ਸਾਡੀ ਜਿਹੜੀ GST ਕਲੈਕਸ਼ਨ 1 ਲੱਖ ਕਰੋੜ ਤੋਂ ਪਾਰ ਹੋਈ ਹੈ। ਲੋਕ ਤੋਂ ਬਾਅਦ ਕੋਰੋਨਾ ਦੇ ਬਾਅਦ ਜਿਸ ਪ੍ਰਕਾਰ ਸੁਭਾਸ਼ ਜੀ, ਮੈਂ ਜਵਾਬ ਲੈ ਲਵਾਂ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਦੇਖੋ, ਅੰਕੜਿਆਂ ਦਾ ਜ਼ਿਕਰ ਹੈ, ਬੜਾ ਪੈਚੀਦਾ ਮਾਮਲਾ ਨਜ਼ਰ ਆਉਂਦਾ ਹੈ ਤੇ ਛੋਟਾ ਆਪਾਂ ਨਾਲ ਸਮਝਾਉਂਦੇ ਰਹੀਏ। ਮੈਂ ਘੁੰਮਣ ਸਾਹਿਬ ਦਾ ਵੀ ਰੁਖ ਕਰਾਂਗਾ। ਹਾਂ, ਠੀਕ ਹੈ। ਬਾਬ ਗਰੇਵਾਲ ਜੀ, ਛੋਟਾ ਜਿਹਾ ਜਵਾਬ ਰੱਖਿਓ ਸਰ ਪਲੀਜ਼। ਦੇਖੋ, ਇਹ ਲੋਕਾਂ ਨੂੰ ਸਮਝਾਓ ਕਿ ਜੇ ਸੈਂਟਰ ਲੈਵਲ ਦੇ ਉੱਤੇ ਦੇਸ਼ ਭਰ ਦੇ ਵਿੱਚ 35% ਗਰੋਥ ਹੋਈ ਹੈ ਤਾਂ ਪੰਜਾਬ ਦੇ ਵਿੱਚ 24% ਕਿਉਂ? ਤੇ ਜੇ 24% ਹੈ, ਬਾਕੀਆਂ ਦੇ ਨਾਲੋਂ ਘੱਟ ਹੈ, ਤਾਂ ਫਿਰ ਅਸੀਂ ਆਪਣੀ ਪਿੱਠ ਕਿਉਂ ਥਾਪੜ ਰਹੇ ਹਾਂ? ਲਓ ਗੌਰਵ ਜੀ, ਹੁਣ ਇਸ ਗੱਲ ਦਾ ਜਵਾਬ ਲੈ। ਇੱਕ ਮਿੰਟ ਬਸ, ਮੈਂ ਤੁਹਾਨੂੰ ਸਿਰਫ ਛੋਟਾ ਜਿਹਾ ਜਵਾਬ ਇਹ ਦੇਣਾ ਗੌਰਵ ਜੀ। ਪਹਿਲੀ ਗੱਲ,
ਜਿਹੜੀ ਗੱਲ ਇਹ ਕਹਿ ਰਹੇ ਨੇ, ਮੈਨੂੰ ਗੱਲ ਇਹਨਾਂ ਦੀ ਬਹੁਤ ਚੰਗੀ ਲੱਗੀ। ਇਹ ਕਹਿੰਦੇ ਵੀ ਆਮ ਆਦਮੀ ਪਾਰਟੀ ਫਲਾਣਾ ਆંકੜਾ ਕਰਦੀ ਹੈ, ਫਲਾਣਾ ਕਰਦੀ ਹੈ। ਅਹਿਬਾਬ ਜੀ, ਤੁਹਾਨੂੰ ਆਪਣਾ ਫੋਨ ਰੋਟੇਟ ਕਰਨਾ ਪਏਗਾ। ਸਕਾਈਪ ਤੇ ਜੁੜੇ ਹੋਏ ਨੇ ਸਾਡੇ ਨਾਲ ਅਹਿਬਾਬ ਜੀ, ਤਾਂ ਕਿ ਬਿਲਕੁਲ ਸਹੀ ਤਸਵੀਰ ਵੀ ਪਹੁੰਚੇ। ਜੀ ਬਿਲਕੁਲ, ਹੁਣ ਬੈਟਰ ਹੈ। ਠੀਕ ਹੈ ਸਰ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਠੀਕ ਹੈ ਜੀ। ਪਹਿਲੀ ਗੱਲ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦਿਖਾਉਂਦੀ ਕੁਝ ਹੋਰ ਹੈ, ਫਲਾਣਾ ਕੁਝ ਹੋਰ ਕਰਦੀ ਹੈ, ਸਰਜੀਕਲ ਸਟ੍ਰਾਈਕ ਹੈ, ਫਲਾਣਾ ਹੋਤਾ ਹੈ। ਜਦੋਂ ਚੀਨ ਆਉਂਦਾ ਉਦੋਂ ਦੁਪਚਦੇ ਨਹੀਂ, ਇਹ ਮੂੰਹ ਚੋਂ ਆਵਾਜ਼ ਨਹੀਂ ਕੱਢਦੇ। ਹੁਣ ਇਹਨਾਂ ਨੇ ਕੀਤੀ ਆંકੜਿਆਂ ਦੀ, ਹੁਣ ਆંકੜਿਆਂ ਦੀ ਗੱਲ ਅਰੇ ਸੁਣੋ ਮੰਤਰੀ ਹਮਲੇ ਦੇ ਸਾਰੇ ਅਸੀਂ ਅੱਜ ਇਮਰਾਨ ਖਾਨ ਇੱਕ ਅੱਜ ਮੰਨ ਗਿਆ ਪੁਲਵਾਮਾ ਹਮਲਾ ਅਸੀਂ ਕਰਾਇਆ ਸੀ। ਤੁਸੀਂ ਕਿੱਥੇ ਦੀ ਸਾਰਾ ਇੱਕ ਇੱਕ ਕਰਕੇ ਸਰ ਪਲੀਜ਼, ਇੱਕ ਇੱਕ ਕਰਕੇ देखो डीरेल ना होइए, पर हो कोई मसला विच आ जाएगा तो फिर डीरेल हो जाएगा मसला। शिवाजी दो 30 सेकंड दो, एक बारी गल रखण दो, मैं तुहाडे कोल वापस आवांगा। किंगरा जी भी इस विचाले कुछ कहना चाह रहे ने, मोनो कोल भी होना। अहबाब जी प्लीज कंप्लीट कर लो, मुद्दे दे उत्ते रहिए, डीरेल ना होइए प्लीज। वही कर रहे तमिलनाडु, केरला, आंध्रा ते तेलंगाना, 4 स्टेटां ने ਜਿਹੜਾ ਸੈਂਟਰਲ ਕੀਤੀ ਚ ਰੈਵਨਿਊ ਆਲਮੋਸਟ 70% ਪਾਉਂਦੀਆਂ ਨੇ ਤੇ ਉਹਨਾਂ ਨੂੰ ਵਾਪਸ ਕੀ ਮਿਲਦਾ ਆਲਮੋਸਟ 40%। 4 ਸਟੇਟਾਂ ਕਰੋ ਜੀ, ਸੋਚ ਕੇ ਦੇਖੋ। ਹੁਣ ਇਹਨਾਂ ਨੇ ਗੱਲ ਕੀਤੀ ਬੜੀ ਵੱਡੀ ਕਿ ਤੁਸੀਂ ਕੀ ਦੇਣ ਦੇ ਰਹੇ ਹੋ। ਸਾਡੀ ਦੇਣ ਇਹ ਹੈ ਕਿ ਅਸੀਂ ਸੈਂਟਰਲ ਕਿਟੀ ਦੇ ਵਿੱਚ ਅਸੀਂ 60% ਗ੍ਰੇਨ ਦੇ ਰਹੇ ਹਾਂ। ਇਹਨਾਂ ਨੇ ਹਰਿਆਣੇ ਦੀ ਗੱਲ ਕੀਤੀ, ਹਰਿਆਣੇ ਦੀ ਬੜੀ ਮਾਣ ਨਾਲ ਗੱਲ ਕੀਤੀ। ਫਰੀਦਾਬਾਦ, ਗੜਗਾਉਂ, ਤੁਸੀਂ ਜਿੰਨੀਆਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਨੇ, ਪੰਜਾਬ ਤੋਂ ਤਾਂ ਤੁਸੀਂ ਖੋ ਕੇ ਬੱਦੀ ਨੂੰ ਲੈ ਗਏ। ਚਲੋ ਉਹ ਵੀ ਹੋ ਗਿਆ। ਹੁਣ ਰਹੀ ਕਾਂਗਰਸ ਦੀ ਗੱਲ, ਕਿੰਗਰਾ ਸਾਹਿਬ ਨੇ ਬੜੇ ਮਾਣ ਨਾਲ ਕਿਹਾ ਇਹ ਫਲਾਣਾ ਨਹੀਂ ਹੋਇਆ ਜੀ। ਇੱਕ ਗੱਲ ਮੈਨੂੰ ਗੱਲ ਦੱਸੋ ਗੌਰਵ ਜੀ, 2 ਤੋਂ 2.5 ਲੱਖ ਕਰੋੜ ਪੰਜਾਬ ਦਾ 1997 ਤੋਂ ਪਹਿਲਾਂ ਦਾ ਸੈਂਟਰ ਦਾ ਪੈਸਾ ਜਮਾ ਸੀ, ਜਿਹੜਾ ਪੰਜਾਬ ਦਾ ਹੱਕ ਸੀ, ਉਹ ਨਹੀਂ ਦਿੱਤਾ। ਕਾਂਗਰਸੀਆਂ ਅਕਾਲੀਆਂ ਨੇ ਉਹ ਜੋੜ ਲਿਆ ਅੱਗੇ। ਕਿੰਗਰਾ ਜੀ ਕਹਿੰਦੇ ਆ ਕਿ ਭ੍ਰਸ਼ਟਾਚਾਰ। ਸਰ ਜੀ ਜੇ ਮੰਤਰੀ ਪੈਸੇ ਲੈ ਕੇ ਡੀਸੀ, ਐਸਡੀਐਮ, ਤਹਿਸੀਲਦਾਰ, ਪਟਵਾਰੀ ਨਹੀਂ ਲਾਊਗਾ, ਥੱਲੜੇ ਵਾਲੇ ਦੀ ਜ਼ਰੂਰਤ ਨਹੀਂ। ਅਸੀਂ ਤਾਂ ਪਹਿਲੇ ਦਿਨ ਵਾਰਨਿੰਗ ਦੇਤੀ ਸਰ, ਅਸੀਂ ਤਾਂ ਖਾ ਜਾਾਂਗੇ। ਹੁਣ ਰਹੀ ਰੈਵਨਿਊ ਦੀ ਗੱਲ, ਗੌਰਵ ਜੀ ਰੈਵਨਿਊ ਸੁਣੋ। ਇਹ ਬੜੇ ਭਾਵੁਕ ਹੁੰਦੇ ਬੀਜੇਪੀ ਵਾਲੇ ਜਦੋਂ ਸੈਂਟਰ ਤੇ ਜਦ ਨਾਰਥ ਸਾਊਥ ਦੀ ਗੱਲ ਹੁੰਦੀ ਹੈ। ਅਸੀਂ ਦੇਸ਼ ਦਾ ਢਿੱਡ ਭਰਦੇ ਰਹੇ ਹਾਂ ਆਪਣੀ ਜਨਰੇਸ਼ਨ ਤੋਂ। 1 ਜਨਰੇਸ਼ਨ ਪਹਿਲਾਂ ਜੇ ਇੱਕ ਸ਼ਿਪ ਲੇਟ ਹੁੰਦਾ ਸੀ ਨਾ ਗੌਰਵ ਜੀ, ਇੱਕ ਸ਼ਿਪ ਲੇਟ, ਤਾਂ ਲੋਕਾਂ ਦੇ ਘਰਾਂ 'ਚ ਰੋਟੀ ਨਹੀਂ ਪੱਕਦੀ ਸੀਗੀ। ਸਾਊਥ ਵਾਲੇ ਜੇ ਹੁਣ ਪੈਸਾ ਦਿੰਦੇ ਆ ਤਾਂ ਇਹਨਾਂ ਨੇ ਜਿਹੜਾ ਆਪਣੇ ਕਿਸਾਨਾਂ ਦਾ ਕ੍ਰੈਡਿਟ ਹੈ। ਤੁਸੀਂ ਆਪਣੀ ਗੱਲ ਕਰੋ, ਤੁਸੀਂ 4 ਮਹੀਨੇ ਕੀ ਕੀਤਾ ਪੰਜਾਬ ਦੇ ਲੋਕਾਂ ਦਾ ਤੁਹਾਡਾ ਕੋਈ ਕ੍ਰੈਡਿਟ ਨਹੀਂ। ਤੁਸੀਂ ਨਾ ਆਪਣੀ ਪਿੱਠ ਤੇ ਪਾਓ। ਸੁਣ ਲਓ ਬੋਲਣਾ ਕਿ ਮੈਂ ਤੁਹਾਨੂੰ ਅਗਲੀ ਵਾਰੀ ਡਿਸਟਰਬ ਕਰਾਂ। ਜੇ ਮੈਨੂੰ ਤੇ ਤੁਸੀਂ ਨਹੀਂ ਚਾਹੁੰਦੇ ਮੈਂ ਤੁਹਾਨੂੰ ਡਿਸਟਰਬ ਕਰਾਂ, ਪਲੀਜ਼ ਵਿੱਚ ਨਾ ਬੋਲਿਓ, ਠੀਕ ਹੈ ਅਹਿਬਾਬ ਜੀ, ਕੰਪਲੀਟ ਕਰੋ ਸਰ ਪਲੀਜ਼। ਇੱਕ ਮਿੰਟ। ਬਿਮਾਰੂ ਸਟੇਟਸ ਜਿਹੜੀਆਂ ਨੇ, ਸਾਰੀਆਂ ਬਿਮਾਰੂ ਸਟੇਟਸ ਤੁਸੀਂ ਦੇਖ ਲਓ, ਰਾਜ ਕੀ ਦਾ ਰਾਜਸਥਾਨ ਤੇ ਛੱਤੀਸਗੜ੍ਹ ਛੱਡ ਕੇ ਇਹੀ ਬੈਠੇ ਨੇ। ਐਂਡ ਉਹ ਪਿੱਛੇ ਰਾਜਸਥਾਨ, ਛੱਤੀਸਗੜ੍ਹ ਕਿਉਂ ਬੈਠੇ ਆ? ਕਿਉਂਕਿ ਹਿੰਦੂ ਮੁਸਲਿਮ, ਹਿੰਦੂ ਸਿੱਖ ਕਰਾ ਲਓ। ਪੰਜਾਬ ਪਹਿਲੀ ਵਾਰੀ ਸਰ 4 ਮਹੀਨਿਆਂ 'ਚ ਪੰਜਾਬ ਦੀ ਸਰਕਾਰ ਸਰਪਲਸ ਕੱਢ ਰਹੀ ਹੈ। ਅਸੀਂ ਇੰਡਸਟਰੀ ਦਾ ਸਰਪਲਸ ਆ ਰਹੇ ਹਾਂ, ਅਸੀਂ ਐਗਰੀਕਲਚਰ ਦਾ ਸਰਪਲਸ ਆ ਰਹੇ ਹਾਂ, ਅਸੀਂ ਸਰ ਸਰਵਿਸ ਸੈਕਟਰ ਦਾ ਸਰਪਲਸ ਲਾ ਰਹੇ ਹਾਂ। ਗੌਰਵ ਜੀ ਮੈਂ ਚੈਲੰਜ ਕਰਨਾ, ਇਹਨਾਂ 'ਚੋਂ ਕੋਈ ਵੀ ਮੇਰੇ ਨਾਲ ਪੁਆਇੰਟ ਟੂ ਪੁਆਇੰਟ ਕਿਸੇ ਵੀ ਇੰਡਸਟਰੀ ਬਾਰੇ ਗੱਲ ਕਰੇ। ਠੀਕ ਹੈ, ਮੈਂ ਤਾਂ ਉਹੀ ਕਹਿ ਰਿਹਾ ਸਰ ਕਿ ਪੁਆਇੰਟ ਟੂ ਪੁਆਇੰਟ ਗੱਲ ਹੋਵੇ, ਲੋਕਾਂ ਨੂੰ ਸਮਝ ਆਵੇ। ਤੁਸੀਂ ਕਹਿ ਰਹੇ ਹੋ ਕਿ ਅਸੀਂ ਸਭ ਪਾਸੇ ਰੈਵਨਿਊ ਵਧਾ ਰਹੇ ਹਾਂ, ਪਰ ਜਿਹੜੇ ਪੈਨਲਿਸਟ ਨੇ ਤੁਹਾਡੇ ਨਾਲ ਉਹ ਮੰਨਦੇ ਨਹੀਂ ਪਏ। ਕਿੰਗਰਾ ਸਾਹਿਬ ਕੁਝ ਕਹਿਣਾ ਚਾਹ ਰਹੇ? ਇੱਕ ਤਾਂ ਜਿਹੜੀ ਇਹਨਾਂ ਨੇ ਪਾਰਟ ਜਿਹੜੀ ਤੁਸੀਂ ਜਵਾਬ ਦਿਓ ਸਰ, 30 ਸੈਕਿੰਡ ਦੋ। ਇੱਕ ਜਿਹੜਾ ਪਾਰਟ ਰਿਪੋਰਟ ਸੀਗੀ ਉਹਦੇ ਵਿੱਚ ਇਹਨਾਂ ਨੇ 5554 ਕਰੋੜ ਰੁਪਏ ਦਾ ਜਿਹੜਾ ਰੈਵਨਿਊ ਐਕਸਪੈਂਡੀਚਰ ਵਧਿਆ ਹੈ, ਜਿਹਦੇ ਉੱਤੇ 50-50 ਹਜ਼ਾਰ ਦੀਆਂ ਕੁਰਸੀਆਂ ਜਿਹੜੀਆਂ ਨੇ ਉਹ ਲਿਆਂਦੀਆਂ ਗਈਆਂ ਨੇ ਮੰਤਰੀਆਂ ਵਾਸਤੇ, ਤੇ 2-2 ਲੱਖ ਦੇ ਸੋਫੇ ਲਿਆਂਦੇ ਗਏ ਨੇ। ਉਹਦੀ ਆਰਟੀਆਈ 'ਚ ਪਾ ਦਿੱਤੀ ਗਈ ਹੈ ਅਰਜੀ। ਥੋੜੇ ਦਿਨਾਂ 'ਚ ਉਹ ਖਰਚਾ ਇਕੱਲੇ ਮੰਤਰੀ ਦਾ ਬਾਹਰ ਆ ਜਾਊਗਾ। ਜਿਹੜੇ ਦਫ਼ਤਰ ਤੇ ਘਰਾਂ ਨੂੰ ਰੈਨੋਵੇਟ ਕਰਨ ਵਾਸਤੇ ਖਰਚਾ, ਉਹ ਰੈਵਨਿਊ ਐਕਸਪੈਂਡੀਚਰ ਦਾ ਹਿੱਸਾ ਹੈ। ਹੁਣ ਦੂਜੀ ਗੱਲ ਜਿਹੜੀ ਅਹਿਬਾਬ ਗਰੇਵਾਲ ਜੀ ਨੇ ਕੀਤੀ ਹੈ ਕਿ ਅਸੀਂ ਗ੍ਰੀਨ ਰੈਵੋਲੂਸ਼ਨ ਲਿਆਂਦੀ, ਆਹ ਲਿਆਂਦਾ, ਉਹ ਲਿਆਂਦਾ। ਉਹ ਭਾਈ ਜਦੋਂ ਦੀਆਂ ਗੱਲਾਂ ਕਰਦੇ ਉਦੋਂ ਕਾਂਗਰਸ ਕੇਂਦਰ 'ਚ ਵੀ ਸੀ ਤੇ ਕਾਂਗਰਸ ਪੰਜਾਬ ਵੀ ਸੀ। ਜੇ ਗ੍ਰੀਨ ਰੈਵੋਲੂਸ਼ਨ ਕਾਂਗਰਸ ਦੇ ਕਾਰਜਕਾਲ 'ਚ ਆਈ ਹੈ, ਇਹ ਗ੍ਰੀਨ ਰੈਵੋਲੂਸ਼ਨ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ ਉਹਦੇ 'ਚ। ਇਸ ਕਰਕੇ ਇਹ ਗੱਲਾਂ ਨਾ ਕਰੋ। ਤੀਜੀ ਗੱਲ ਜਿਹੜੀ ਮੇਰੇ ਵੀਰ ਜਿਹੜੇ ਬੀਜੇਪੀ ਵਾਲਿਆਂ ਨੇ ਕੀਤੀ ਹੈ ਕਿ ਹਰਿਆਣਾ ਬੀਜੇਪੀ ਦੀ ਰੂਲਡ ਸਟੇਟ ਹੈ,
ਉਹ ਭਾਈ ਹਰਿਆਣੇ ਦੇ ਵਿੱਚ ਸਾਨੂੰ ਕੀ ਪਤਾ ਸੀ ਕਿ ਅੱਡ ਹੋ ਜਾਣਾ ਹੈ। ਫਰੀਦਾਬਾਦ ਤੇ ਗੁੜਗਾਉਂ ਦੇ ਵਿੱਚ ਜਿਹੜਾ ਸਰਵਿਸ ਟੈਕਸ ਹੈ ਨਾ, ਅਸੀਂ ਜਿੰਨੀ ਵੀ ਮੈਨੂਫੈਕਚਰਿੰਗ ਇੰਡਸਟਰੀ ਫਰੀਦਾਬਾਦ ਦੇ ਵਿੱਚ ਤੇ ਸਰਵਿਸ ਇੰਡਸਟਰੀ ਗੁੜਗਾਉਂ ਦੇ ਵਿੱਚ ਅਸੀਂ ਖੜੀ ਕਰਤੀ। ਸਾਨੂੰ ਕੀ ਪਤਾ ਸੀ ਇਹ ਦੋਵੇਂ ਸ਼ਹਿਰ ਜਿਹੜੇ ਆ ਉਹ ਹਰਿਆਣੇ ਦੇ ਹਿੱਸੇ ਆ ਜਾਣਗੇ। ਸੋ ਇਸ ਕਰਕੇ ਜਿਹੜਾ ਤੁਹਾਨੂੰ ਸਰਵਿਸ ਟੈਕਸ ਆ ਰਿਹਾ ਹਰਿਆਣੇ ਜਿਹੜੀਆਂ ਤੁਹਾਡੀ ਜਿਹੜਾ ਕਿੰਨੀ ਉਮਰ ਸੀ? ਤੁਹਾਡੀ ਚੈਟ ਚ ਉਮਰ ਕਿੰਨੀ ਸੀ? ਤੁਹਾਡੀ ਚੈਟ ਚ ਉਮਰ ਕਿੰਨੀ ਸੀ? I don't want to answer this question of his. I think he's talking है, about you don't know. irrelevant thing. No, He's talking you don't irrelevant. know. Regulation I'm not concerned. I'm not supposed to answer to you. I will talk. You don't. हाँ, Listen नहीं, to please, me, एक-एक करके, Mr. हाँ। Jindra, एक मिनट, you were with the Aam Aadmi Party. Today you are with the Congress, and don't claim that सानू नहीं पता सी, असी की पता सी. Don't claim that. Number one, they have grown their state. That is a separate fact. The fact is that bureaucrats like you and politicians like the रिक्वेस्ट है सर, BJP ਆਪਾਂ and the ਪੰਜਾਬੀ ਚ ਰਹੀਏ, ਬੜੀ ਸੋਹਣੀ ਜ਼ੁਬਾਨ ਹੈ, ਪੰਜਾਬੀ ਚ ਰਹੀਏ ਆਪਾਂ। ਬੜੀ ਸੋਹਣੀ ਜ਼ਬਾਨ ਹੈ ਇਹਨਾਂ ਨੇ। ਦੇਖੋ ਜੀ, ਮੇਰੀ ਮਾਂ ਨੇ ਮੈਨੂੰ ਗੱਲ ਸਵਾਈ ਸੀ, ਜਿਹਨੇ ਸਵਾਲ ਪੁੱਛਿਆ ਉਸ ਭਾਸ਼ਾ ਜਵਾਬ ਦਿਓ। ਇਹਨਾਂ ਨੂੰ ਸਵਾਲ ਪੁੱਛਿਆ, ਹੁਣ ਪੰਜਾਬੀ ਚ ਬੋਲਦਾ। ਸਾਨੂੰ ਬਿਊਰੋਕਰੈਟਸ ਨੇ, ਸਾਨੂੰ ਆંકੜਿਆਂ ਨੇ ਤਬਾਹ ਕੀਤਾ। ਅਕਾਲੀ ਭਾਜਪਾ ਇੱਕ ਗੱਲ ਕਹਿੰਦੇ ਆ, ਕਾਂਗਰਸ ਇੱਕ ਗੱਲ ਕਹਿੰਦੀ ਹੈ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ, 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਖਾੜਕੂਵਾਦ ਮੁੱਕਣ ਵੇਲੇ ਸੀਗਾ, ਇਹਨਾਂ ਚੋਂ ਕਿਸੇ ਨੇ ਰੁਪਈਆ ਨਹੀਂ ਲਿਆ। ਉਸ ਤੋਂ ਬਾਅਦ ਇਹ ਪੈਸੇ ਚੜਾਈ ਗਏ, ਕਰੀ ਕੀ ਗਏ ਗੌਰਵ ਜੀ? ਜਿਹੜੀਆਂ ਨਹਿਰਾਂ ਪਾਈਆਂ ਜ਼ਿਗਜ਼ੈਗ ਪਾਈਆਂ, ਜਿਹੜੀਆਂ ਸੜਕਾਂ ਪਾਈਆਂ ਆਪਣੀ ਟਰਾਂਸਪੋਰਟ ਲਈ ਪਾਈਆਂ, ਜਿਹੜੀ ਇੰਡਸਟਰੀ ਲਿਆਂਦੀ ਆਪ ਦੇ ਫਾਇਦਿਆਂ ਲਈ ਲਿਆਂਦੀ। ਪਹਿਲੀ ਵਾਰੀ ਪੰਜਾਬ 'ਚ ਫਾਇਦੇ ਦੀ ਗੱਲ ਹੋ ਰਹੀ ਹੈ। ਇਹ ਗੱਲਾਂ ਕਰ ਰਹੇ ਮੋਦੀ ਹੈ। ਚਲੋ ਮੈਂ ਜਵਾਬ ਲੈ ਲਵਾਂ ਸਰ, ਮੈਂ ਜਵਾਬ ਲੈ ਲਵਾਂ। ਨਹੀਂ, ਪਰ ਦੇਖੋ ਅਹਿਬਾਬ ਗਰੇਵਾਲ ਜੀ, ਉਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਪਰ ਲੋਕ ਇਹ ਸਮਝਣਾ ਚਾਹੁੰਦੇ ਨੇ ਕਿ 4 ਮਹੀਨੇ 'ਚ ਅਜਿਹਾ ਕੀ ਹੋਇਆ। ਉਹ ਸੜਕਾਂ ਦਾ ਵੀ ਜ਼ਿਕਰ ਕਰਤਾ ਸੀ, ਟਰਾਂਸਪੋਰਟ ਦਾ ਵੀ ਜ਼ਿਕਰ ਕਰਤਾ। ਉਹਦੇ ਕੀ ਹੋਇਆ ਸੁਣ ਲਓ। ਉਹਦੇ ਕੀ ਹੋਇਆ ਕਿ ਹਰ ਮਹਿਕਮੇ ਦੀ ਰੈਵਨਿਊ 20% ਵਧੀ, ਹਰ ਮਹਿਕਮੇ ਦੀ ਰੈਵਨਿਊ 20% ਵਧੀ, ਇਮਾਨਦਾਰੀ ਹੋਈ, ਚੋਰੀ ਰੁਕੀ। ਠੀਕ ਹੈ। ਨੰਬਰ 2 ਵੱਡੇ ਲੈਵਲ ਤੇ ਜਿਹੜੀਆਂ ਠੱਗੀਆਂ ਵੱਜਦੀਆਂ ਸੀ ਉਹ ਵਿਕੀਆਂ, ਉਹ ਰੁਕੀਆਂ ਤੇ ਉਹਦਾ ਨਤੀਜਾ ਠੀਕ ਹੈ। ਹੁਣ ਮੈਨੂੰ ਜਵਾਬ ਲੈਣ ਦਿਓ ਸਰ, ਤੁਸੀਂ ਆਪਣਾ ਪੁਆਇੰਟ ਰੱਖਿਆ। ਕਿੰਗਰਾ ਜੀ, ਮੈਂ ਸੁਭਾਸ਼ ਜੀ ਤੁਹਾਡੇ ਕੋਲ ਆ ਰਿਹਾ। ਕਿੰਗਰਾ ਜੀ, ਮੈਂ ਇਹ ਕਹਿਣਾ, ਜਿਵੇਂ ਅਰਬਾਬ ਗਰੇਵਾਲ ਕਹਿੰਦੇ ਆ ਠੱਗੀਆਂ ਰੋਕੀਆਂ, ਇਹਦਾ ਮਤਲਬ ਜਿਹੜੀਆਂ ਗੈਂਗਸਟਰ ਫਰੋਤੀ ਲੈਂਦੇ ਸੀ ਹੁਣ ਸਰਕਾਰੀ ਖਜ਼ਾਨੇ ਚ ਆਉਣ ਲੱਗ ਗਈ। ਇਹੋ ਜਿਹੀਆਂ ਗੱਲਾਂ ਨਾ ਕਰੋ ਬਾਬ ਗਰੇਵਾਲ ਸਾਹਿਬ। ਇੱਥੇ ਇਕਨੋਮਿਸਟ ਬੈਠੇ ਆ, ਜਿਹੜੇ ਇਕਨੋਮਿਸਟ ਬੈਠੇ ਉਹਨਾਂ ਨੂੰ ਸਾਡੇ ਸਾਰਿਆਂ ਨੂੰ ਜ਼ਿਆਦਾ ਪਤਾ ਵੀ ਇਹ ਰੈਵਨਿਊ ਦਾ ਸੋਰਸ ਨਹੀਂ ਬਣ ਸਕਦੀਆਂ ਜੇ ਠੱਗੀਆਂ ਰੋਕੀਆਂ ਤਾਂ। ਠੱਗੀਆਂ ਯਾਰ ਬੋਲਣ ਕਿਉਂ ਨਹੀਂ ਦਿੰਦਾ? ਗਰੇਵਾਲ ਸਾਹਿਬ ਥੋੜੇ ਸਮਾਂ ਤੋਂ ਇੱਕ ਵਾਰੀ ਗੱਲ ਕਰ ਲੈਣ ਦਿਓ। ਤੁਸੀਂ ਜ਼ਿਆਦਾ ਬੋਲਣ ਜਾਣਦੇ ਹੋ, ਮੈਂ ਤਾਂ ਤੇਰੇ ਨਾਲ ਜ਼ਿਆਦਾ ਬੋਲਣ ਜਾਣਦਾ। ਬਾਬ ਗਰੇਵਾਲ ਜੀ, ਤੁਸੀਂ ਚੁੱਪ ਕਰ ਜਾਓਗੇ ਮੁੜ ਕੇ, ਠੀਕ ਹੈ? ਤੁਹਾਡੇ ਇਹੋ ਜਿਹੀਆਂ ਗੱਲਾਂ ਨਾ ਕਰੋ। ਸੋ ਇਸ ਕਰਕੇ ਗੱਲ ਮੁੱਦੇ ਤੇ ਰਹੋ। ਇਹਨਾਂ ਨੇ ਜਿਹੜਾ ਹੈ 46 ਕਰੋੜ ਰੁਪਈਆ, ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ। 46 ਕਰੋੜ ਰੁਪਈਆ ਜਿਹੜਾ ਉਹ ਐਡਵਰਟਾਈਜ਼ਮੈਂਟ ਤੇ ਖਰਚਤਾ ਗੁਜਰਾਤ ਤੇ ਕੇਰਲਾ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਹੈਲੀਕਾਪਟਰਾਂ ਦੇ ਉੱਤੇ, ਜਹਾਜ਼ਾਂ ਦੇ ਉੱਤੇ 8-8 ਕਰੋੜ ਖਰਚਤਾ। ਉਹ ਸਾਰਾ 5554 ਕਰੋੜ ਰੈਵਨਿਊ ਐਕਸਪੈਂਡੀਚਰ ਦਾ ਹਿੱਸਾ ਹੈ। ਔਰ ਸਾਰੇ ਮਹਿਕਮੇ ਨਹੀਂ ਰੈਵਨਿਊ ਅਰਨ ਕਰਦੇ, ਕਈ ਸਾਡੇ ਐਕਸਪੈਂਡੀਚਰ ਮਹਿਕਮੇ ਹੁੰਦੇ ਆ। ਐਜੂਕੇਸ਼ਨ ਮਹਿਕਮਾ ਕੋਈ ਰੈਵਨਿਊ ਅਰਨ ਨਹੀਂ ਕਰਦਾ, ਪੁਲਿਸ ਮਹਿਕਮਾ ਕੋਈ ਰੈਵਨਿਊ ਅਰਨ ਨਹੀਂ ਕਰਦਾ। ਅਬਾਬ ਗਰੇਵਾਲ ਸਾਹਿਬ, ਬਜਟ ਦਾ ਦੇਖੋ, ਬਜਟ ਡਾਕੂਮੈਂਟ 'ਚ ਕੀ ਹੁੰਦਾ ਹੈਗਾ। ਬਜਟ ਡਾਕੂਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾਗਾ। ਜਿਹੜੀ ਗੱਲ ਇਹਨਾਂ ਨੇ ਕੀਤੀ, GST ਵਧੀ 35% ਭਾਰਤ ਦੇ ਵਿੱਚ। ਸਾਹਿਬ, ਲੋਕ ਇਹ ਜਾਣਨਾ ਚਾਹੁੰਦੇ ਨੇ ਨਾ ਕਿ ਤੁਸੀਂ ਸਾਰੀਆਂ ਗੱਲਾਂ ਕਹਿ ਰਹੇ ਹੋ ਕਿ ਤੁਸੀਂ 6000 ਕਰੋੜ ਦੇ ਦਾਅਵੇ ਨੂੰ ਝੂਠਾ ਕਹਿੰਦੇ ਹੋ। ਬਿਲਕੁਲ ਝੂਠਾ ਹੈ ਜੀ ਹਰ ਵਾਰ ਸਰ। ਮੈਂ ਦੱਸਦਾ ਕਿਵੇਂ 2100-2500 ਕਰੋੜ ਦਾ ਜ਼ਿਕਰ ਤੁਸੀਂ ਖੁਦ ਕਰ ਦਿੱਤਾ। ਮੈਂ ਦੱਸਦਾ, ਸੁਣੋ ਨਾ ਕਿਵੇਂ ਘੱਟ ਹੈ। ਇਹਦੇ ਵਿੱਚ 3300 ਕਰੋੜ ਰੁਪਇਆ ਤਾਂ ਸਿੱਧਾ ਕੱਢ ਦਿਓ, ਜਿਹੜਾ ਕੇਂਦਰ ਸਰਕਾਰ ਨੇ ਦਿੱਤਾ ਪੰਜਾਬ ਸਰਕਾਰ ਨੂੰ। ਬਾਕੀ ਬਚ ਗਿਆ 2100 ਕਰੋੜ ਰੁਪਇਆ। ਜਿਹੜਾ 2100 ਕਰੋੜ ਰੁਪਇਆ ਬਚ ਗਿਆ, ਉਹਦੇ ਵਿੱਚ 3 ਮਹੀਨੇ ਸ਼ਰਾਬ ਦੇ ਠੇਕੇ ਜਿਹੜੇ ਉਹ ਮੂਹਰੇ ਲੈ ਕੇ ਆਏ। ਉਹ ਅਪ੍ਰੈਲ ਮਈ ਜੂਨ ਦੇ ਵਿੱਚ ਉਹੀ ਠੇਕੇ ਚੱਲੇ ਜਿਹੜੇ ਪਿਛਲੇ ਸਾਲ ਦੇ ਸੀ। ਠੇਕੇਦਾਰਾਂ ਕੋਲੇ ਸਟਾਕ ਜਮਾ ਹੁੰਦਾ ਹੈ, ਮਾਰਚ ਦੇ ਵੀ ਠੇਕੇਦਾਰ ਉਹਦੀ ਕੀਮਤ ਘਟਾ ਦਿੰਦੇ ਆ। ਉਹਨਾਂ ਨੇ ਅਪ੍ਰੈਲ ਮਈ ਜੂਨ 'ਚ ਵੀ ਕੀਮਤ ਘਟਾ ਕੇ ਸ਼ਰਾਬ ਵੇਚੀ, ਉਹਦੇ ਕਰਕੇ ਰੈਵਨਿਊ ਇਕੱਠਾ ਹੋ ਗਿਆ। ਤੀਜੀ ਗੱਲ ਜਿਹੜੀ GST ਦੀ ਹੈ, ਪੂਰੇ ਦੇਸ਼ ਦੇ ਵਿੱਚ 35% GST ਵਧਿਆ ਤੇ ਪੰਜਾਬ ਦੇ ਵਿੱਚ 24% ਵਧਿਆ। ਆ ਮੇਰੇ ਮਿੱਤਰ ਉਹਨਾਂ ਨੇ ਕਹਿ ਦਿੱਤਾ, ਜਦੋਂ ਸਾਰੇ ਦੇਸ਼ 'ਚ 35% ਵਧਿਆ ਹੈ ਕਰੋਨਾ ਦਾ ਜਿਹੜਾ ਕਹਿੰਦੇ ਨਾ, ਇਹਨੂੰ ਕਹਿੰਦੇ ਆ ਇੱਕ ਮਿੰਟ, ਇਹਨੂੰ ਕਹਿੰਦੇ ਆ ਪੰਚਿੰਗ ਇਫੈਕਟ। ਜਿਹੜਾ ਪੰਚਿੰਗ ਇਫੈਕਟ ਸੀਗਾ, ਕਦੋਂ ਕਿਸੇ ਵੀ ਚੀਜ਼ ਨੂੰ ਤੁਸੀਂ ਕੰਪਰੈਸ ਕਰਕੇ ਰੱਖਦੇ ਹੋ, ਜਦੋਂ ਰਿਲੀਜ਼ ਹੁੰਦੀ ਹੈ ਤਾਂ ਉਹਦਾ ਪੰਚਿੰਗ ਇਫੈਕਟ ਆਉਂਦਾ ਹੈਗਾ। ਉਹ ਪੰਚਿੰਗ ਇਫੈਕਟ ਮਹਿਸੂਸ ਹੋਇਆ ਕਰੋਨਾ ਤੋਂ ਬਾਅਦ। ਲੋਕੀ ਘੱਟ ਖਰਚਦੇ ਰਹੇ। ਜਦੋਂ ਇੱਕਦਮ ਕਰੋਨਾ ਤੋਂ ਲੋਕਾਂ ਦਾ ਧਿਆਨ ਹਟਿਆ, ਲੋਕੀ ਇੱਕਦਮ ਵੱਧ ਖਰਚਣ ਲੱਗੇ ਤਾਂ 35% GST ਵੱਧ ਗਿਆ। 35% GST ਵੱਧ ਗਿਆ ਭਾਰਤ ਦੇਸ਼ 'ਚ। ਦੂਜਾ ਇਫੈਕਟ ਸਾਡਾ ਵਧਿਆ 24%। ਦੂਜਾ ਇਫੈਕਟ ਇਹ ਵੀ ਹੈ ਕਿ ਕਰੋਨਾ ਇਹ ਤਾਂ ਹੈ ਨਹੀਂ ਕਿ ਅਪ੍ਰੈਲ 'ਚ ਜਾ ਕੇ ਖਤਮ ਹੋਇਆ। ਕਰੋਨਾ ਤਾਂ ਦਸੰਬਰ, ਜਨਵਰੀ, ਫਰਵਰੀ ਉਸ ਸਮੇਂ ਵੀ ਕੋਈ ਜ਼ਿਆਦਾ ਪ੍ਰਭਾਵ ਨਹੀਂ ਸੀ। ਅਪ੍ਰੈਲ ਦੇ ਵਿੱਚ ਜਿਹੜਾ ਹੈ, ਲਾਸਟ ਅਪ੍ਰੈਲ ਦੀ ਗੱਲ ਕਰ ਰਹੇ ਹਾਂ। ਮੈਂ ਦੱਸਦਾ ਕਿਉਂ।
ਅਪ੍ਰੈਲ ਦੇ ਵਿੱਚ ਵਾਢੀ ਖਤਮ ਹੁੰਦੀ ਹੈ, ਪਿੰਡਾਂ ਦਾ ਐਕਸਪੈਂਡੀਚਰ ਸਭ ਤੋਂ ਵੱਧ ਹੁੰਦਾ ਹੈ, ਕੁੜੀਆਂ ਦੇ ਵਿਆਹ ਹੁੰਦੇ ਆ, ਖਰੀਦੋ ਫਰੋਖਤ ਹੁੰਦੀਆਂ, ਹੋਰ ਚੀਜ਼ਾਂ ਹੁੰਦੀਆਂ ਉਹ ਤਾਂ ਸਰ ਹਰ ਸਾਲ ਹੁੰਦਾ ਨਾ, ਉਹ ਤਾਂ ਹਰ ਸਾਲ ਹੁੰਦਾ। ਫਿਰ ਉਹੀ ਤਾਂ ਮੈਂ ਕਹਿ ਰਿਹਾ ਨਾ, ਅਪ੍ਰੈਲ 'ਚ ਇਸ ਕਰਕੇ ਵੱਧ ਗਿਆ। ਅਗਲੇ ਤਿਮਾਹੀ 'ਚ ਦੇਖਾਂਗੇ ਆਪਾਂ ਕੀ ਹੁੰਦਾ ਹੈਗਾ। ਅੱਛਾ, ਤੁਸੀਂ ਕਹਿ ਰਹੇ ਹੋ ਸਰ ਫੈਸਟੀਵਲ ਸੀਜ਼ਨ ਆ ਜਾਣਾ, ਅੱਗੇ ਦੀਵਾਲੀ ਦੁਸ਼ਹਿਰਾ ਹੋਏਗਾ, ਜਿਹੜਾ ਫੈਸਟੀਵਲ ਸੀਜ਼ਨ ਹੈ ਗੁਰਪੁਰਬ ਹੋਏਗਾ, ਉਹਦੇ 'ਚ ਆਮਦਨ ਦੇ ਉੱਤੇ ਨਿਰਭਰ ਕਰਦਾ ਹੈ। ਜੇ ਤਾਂ ਕੇਂਦਰ ਸਰਕਾਰ ਨੇ ਜਦੋਂ ਏਰੀਅਰ ਦਿੱਤੇ ਸੀਗੇ ਤਨਖਾਹ ਦੇ, ਉਹਨਾਂ ਦਿਨਾਂ ਦੇ ਵਿੱਚ ਇਕਨੋਮੀ ਜ਼ਿਆਦਾ ਵਧੀ ਸੀ। ਹੁਣ ਇਕਨੋਮੀ 6-7% ਤੋਂ ਉੱਤੇ ਨਹੀਂ ਵਧਣੀ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਅਹਿਬਾਬ ਜੀ ਇਕੱਠੇ ਜਵਾਬ ਦਿਓ, ਘੁੰਮਣ ਸਾਹਿਬ ਥੋੜਾ ਜਿਹਾ ਇੰਤਜ਼ਾਰ ਕਰਿਓ, ਪਰ ਸੁਭਾਸ਼ ਜੀ ਕੁਝ ਕਹਿਣਾ ਚਾਹ ਰਹੇ ਨੇ। ਨਹੀਂ, ਇਹ ਗਰੇਵਾਲ ਸਾਹਿਬ ਥੋੜਾ ਜਿਹਾ ਇੰਤਜ਼ਾਰ ਕਰਿਓ। ਸੁਭਾਸ਼ ਜੀ ਦੇਖੋ ਗੌਰਵ, ਫੇਰ ਉਹੀ ਗੱਲ ਹੈ, ਜਿਹੜਾ ਵਾਧਾ ਹੋ ਰਿਹਾ ਹੈ ਉਹ ਦੇਸ਼ ਭਰ ਚ ਹੋ ਰਿਹਾ ਹੈ, ਇਹਨਾਂ ਦੀ ਸਰਕਾਰ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ। ਔਰ ਦੇਸ਼ 'ਚ ਜਿੰਨਾ ਵਾਧਾ ਹੋ ਰਿਹਾ ਹੈ, ਜਿੰਨਾ ਪੰਜਾਬ 'ਚ ਹੋ ਰਿਹਾ, ਉਸ ਤੋਂ ਜ਼ਿਆਦਾ ਹੋ ਰਿਹਾ ਹੈ ਜੀ, ਪਹਿਲੀ ਗੱਲ। ਦੂਜੀ ਗੱਲ, ਮੰਨ ਲਓ ਰੈਵਨਿਊ ਵਧਿਆ ਹੈ, ਕਿਸੇ ਵੀ ਕਾਰਨ ਕਰਕੇ ਵਧਿਆ, ਸਾਨੂੰ ਖੁਸ਼ੀ ਹੈ ਪੰਜਾਬ ਦਾ ਰੈਵਨਿਊ ਵਧਿਆ, ਸਾਨੂੰ ਉਹਦਾ ਕੋਈ ਦੁੱਖ ਨਹੀਂ ਹੈ। ਇਹ ਪਹਿਲੀ ਗੱਲ ਤੇ ਆਪਣੀ ਝੂਠੀ ਵਾਹਵਾਹੀ ਲੈਣਾ ਬੰਦ ਕਰਨ, ਉਸ ਰੈਵਨਿਊ ਵਧਾਉਣ 'ਚ ਇਹਨਾਂ ਦਾ ਕੋਈ ਰੋਲ ਨਹੀਂ। ਬਿਲਕੁਲ ਠੀਕ ਗੱਲ ਉਹਨਾਂ ਨੇ ਕਹੀ, ਇਕਨੋਮੀ 'ਚ ਰੈਵਨਿਊ ਵਧਣਾ, GST ਕਲੈਕਸ਼ਨ ਵਧਣਾ, ਜਿਹੜੀਆਂ ਗੱਲਾਂ ਇਹ ਕਰ ਰਹੇ ਨੇ ਇਹ ਸਿਰਫ ਅਖਬਾਰੀ ਗੱਲਾਂ ਕਰ ਰਹੇ ਨੇ, ਭਾਸ਼ਣਬਾਜ਼ੀ 'ਚ ਬਹੁਤ ਅੱਛੀਆਂ ਲੱਗਦੀਆਂ, ਉਹਦਾ ਇਕਨੋਮੀ 'ਚ ਕੋਈ ਫੈਕਟਰ ਨਹੀਂ ਹੈ। ਮੈਂ ਕਹਿੰਦਾ ਚਲੋ ਰੈਵਨਿਊ ਵਧ ਗਿਆ, ਬੜੀ ਅੱਛੀ ਗੱਲ ਹੈ, ਲੇਕਿਨ ਰੈਵਨਿਊ ਵਧਣ ਦੇ ਨਾਲ ਨਾਲ ਉਸ ਰੈਵਨਿਊ ਨੂੰ ਖਰਚ ਕਿੱਥੇ ਕਰ ਰਿਹਾ ਹੈ? ਜੇ ਰੈਵਨਿਊ ਵਧ ਗਿਆ, ਹਿੰਦੁਸਤਾਨ 'ਚ ਮਾਹੌਲ ਅੱਛਾ ਕਰਤਾ, ਮੋਦੀ ਸਾਹਿਬ ਦੀਆਂ ਨੀਤੀਆਂ ਨੇ ਦੇਸ਼ ਦੀ ਇਕਨੋਮੀ ਨੂੰ ਅੱਗੇ ਵਧਾਤਾ, ਸਾਰੇ ਦੇਸ਼ ਦਾ ਰੈਵਨਿਊ ਵਧਿਆ, ਤੁਹਾਡਾ ਹੀ ਵਧ ਗਿਆ, ਲੇਕਿਨ ਤੁਸੀਂ ਖਰਚ ਕਿੱਥੇ ਕਰ ਰਹੇ ਹੋ? ਤੁਸੀਂ ਖਰਚ ਕਰ ਰਹੇ ਹੋ ਆਪਣੀ ਐਡਵਰਟਾਈਜ਼ਮੈਂਟਸ ਤੇ। ਤੁਸੀਂ ਖਰਚ ਕਿੱਥੇ ਕਰ ਰਹੇ ਹੋ? ਤੁਸੀਂ ਉਹਨਾਂ ਕੰਮਾਂ 'ਚ ਖਰਚ ਕਰ ਰਹੇ ਹੋ ਜਿਹਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੈ। ਰੈਵਨਿਊ ਵਧਿਆ ਹੈ ਤੇ ਮੈਂ ਚਾਹਾਂਗਾ ਕਿ ਕੱਲ ਹੀ ਵਿੱਤ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਨਾਲ ਹੀ ਕਹਿ ਦਿੰਦੇ ਕਿ ਵੀ ਭੈਣੋ 1000 ਰੁਪਏ ਦਾ ਵਾਅਦਾ ਤੁਹਾਡੇ ਨਾਲ ਕੀਤਾ ਸੀ, ਰੈਵਨਿਊ ਘੱਟ ਸੀਗਾ, ਬਜਟ ਤੇ ਮੈਂ ਗੱਲ ਨਹੀਂ ਕਰ ਸਕਿਆ, 1 ਅਗਸਤ ਤੋਂ ਸ਼ੁਰੂ ਕਰਤੀ ਸਕੀਮ, ਅੱਜ ਤੋਂ ਤੁਹਾਨੂੰ ਇਸ ਸਤੰਬਰ ਨੂੰ 1000 ਰੁਪਇਆ ਹਰ ਭੈਣ ਦੇ ਖਾਤੇ 'ਚ ਆ ਜਾਏਗਾ। ਕਰੋ ਨਾ ਲਾਗੂ ਭੈਣਾਂ ਨੂੰ ਜਿਹੜਾ ਤੁਸੀਂ ਵਾਅਦਾ ਕੀਤਾ ਸੀਗਾ। ਠੀਕ ਹੈ, ਤੁਸੀਂ ਜਿਹੜਾ ਐਮਪੀ ਦੇ ਵਾਅਦੇ ਕੀਤੇ ਸੀ ਉਹ ਪੂਰੇ ਕਰੋ ਨਾ। ਨਹੀਂ, ਪਰ ਸੁਭਾਸ਼ ਜੀ ਮੇਰਾ ਇੱਕ ਸਵਾਲ ਹੈ, ਲੋਕ ਇਹ ਵੀ ਜਾਨਣਾ ਚਾਹੁੰਦੇ ਹੋਣਗੇ ਕਿ ਆਪਸ ਦੇ ਵਿੱਚ ਕੰਪੇਅਰ ਕੀਤਾ ਜਾਵੇ ਕਿ ਤੁਸੀਂ ਦਿੱਲੀ ਨੂੰ, ਕਿ ਤੁਸੀਂ ਹਰਿਆਣਾ ਨੂੰ ਪੰਜਾਬ ਦੇ ਨਾਲ ਕੰਪੇਅਰ ਕਰੋਗੇ। ਇੱਥੇ ਬਹੁਤ ਸਾਰੀਆਂ ਅਲੱਗ ਤਰੀਕੇ ਦੀਆਂ ਚੈਲੰਜਸ ਔਰ ਟਾਸਕ ਨੇ। ਔਰ ਦੇਖੋ ਗਰੇਵਾਲ ਸਾਹਿਬ ਇਹ ਵੀ ਦਾਵਾ ਕਰ ਗਏ ਸੀ ਕਿ ਫਰੀਦਾਬਾਦ ਔਰ ਗੁੜਗਾਉਂ ਦੇ ਵਿੱਚ ਜਿਸ ਤਰੀਕੇ ਨਾਲ ਕਿੰਗਰਾ ਸਾਹਿਬ ਨੇ ਵੀ ਦਾਵਾ ਕੀਤਾ ਸੀ ਕਿ ਜਿਸ ਤਰੀਕੇ ਨਾਲ ਉੱਥੇ ਇੰਡਸਟਰੀ ਨੂੰ ਡਿਵੈਲਪ ਕੀਤਾ ਗਿਆ, ਉਸ ਦਾ ਅਸਰ ਹੈ। ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਕੀਤਾ ਸੀ ਉਹ ਡਿਵੈਲਪਮੈਂਟ, ਆਮ ਆਦਮੀ ਪਾਰਟੀ ਉਦੋਂ ਜੰਮੀ ਵੀ ਨਹੀਂ ਸੀ। ਉਹ ਪਿਛਲੇ 15 ਸਾਲ 'ਚ ਹੀ ਹੋਇਆ ਹੈ। ਗੁੜਗਾਉਂ ਜੇ ਸਰਵਿਸ ਸੈਕਟਰ ਡਿਵੈਲਪ ਹੋਇਆ ਤੇ ਪਿਛਲੇ 10 ਸਾਲ 'ਚ ਹੀ ਹੋਇਆ ਹੈ, ਉਦੋਂ ਨਹੀਂ ਮਨਮੋਹਨ ਸਿੰਘ ਦੇ ਸਮੇਂ ਹੋਇਆ ਹੈ, ਡਾਕਟਰ ਮਨਮੋਹਨ ਸਿੰਘ ਦੇ ਸਮੇਂ ਹੋਇਆ ਹੈ। ਚੈੱਕ ਕਰਕੇ ਦੇਖੋ ਸ਼ਰਮਾ ਜੀ, ਡਾਕਟਰ ਮਨਮੋਹਨ ਸਿੰਘ ਦੇ ਸਮੇਂ ਹੋਇਆ ਹੈ, ਨਰਸਿਮਹਾ ਰਾਓ ਦੇ ਸਮੇਂ ਹੋਇਆ ਹੈ। ਚੈੱਕ ਕਰੋ ਦੁਬਾਰਾ ਚੈੱਕ ਕਰੋ, ਡਾਕਟਰ ਮਨਮੋਹਨ ਸਿੰਘ ਤੇ ਨਰਸਿਮਹਾ ਰਾਓ ਦੇ ਸਮੇਂ ਹੋਇਆ ਹੈ। ਉਹ ਹੁਣ ਨਹੀਂ, 14 ਤੋਂ ਬਾਅਦ ਨਹੀਂ ਹੋਇਆ, ਉਹ 14 ਤੋਂ ਪਹਿਲਾਂ ਹੋ ਗਿਆ ਸੀ। ਸੁਣ ਲਓ ਨਾ ਯਾਰ, ਕਿਉਂ ਪੰਜਾਬ ਦੇ ਇੰਡਸਟਰੀਅਲਿਸਟ ਬਾਹਰ ਜਾ ਰਹੇ ਹੈ? ਕਿਉਂ ਪੰਜਾਬ ਦੇ ਕਿਉਂਕਿ ਤੁਸੀਂ ਬੱਦੀ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਕੰਸੈਸ਼ਨ ਜ਼ਿਆਦਾ ਐਕਸਟੈਂਡ ਕਰਤੇ। ਤੁਸੀਂ ਕੇਂਦਰ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ, ਕੇਂਦਰ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਹੈ। ਕੇਂਦਰ ਸਰਕਾਰ ਨੇ ਹਿਮਾਚਲ ਦੇ ਵਿੱਚ ਬੱਦੀ ਦੇ ਵਿੱਚ ਕੰਸੈਸ਼ਨ ਵਧਾ ਦਿੱਤੇ, ਇਸ ਕਰਕੇ ਸਾਡੀ ਇੰਡਸਟਰੀ ਬਾਹਰ ਜਾ ਰਹੀ ਹੈ। ਤੁਸੀਂ ਬਰਾਬਰ ਰੱਖੋ ਦੋਨਾਂ ਸਟੇਟਾਂ ਨੂੰ। ਬੱਦੀ ਦੇ ਵਿੱਚ ਕਿਹੜਾ ਪਹਾੜ ਹੈ? ਤੁਸੀਂ ਦੱਸੋ। ਬਿਜਲੀ ਦੇ ਸੋਮੇ ਉੱਥੇ ਜ਼ਿਆਦਾ ਹੈ, ਉੱਥੇ ਤੁਸੀਂ ਦੱਸੋ। ਪਰਮਾਣੂ ਦੇ ਵਿੱਚ ਕਿਹੜਾ ਪਹਾੜ ਹੈ? ਤੁਸੀਂ ਦੱਸੋ। ਉੱਥੇ ਪਠਾਨਕੋਟ ਦੇ ਨਾਲ ਕਿਹੜਾ ਪਹਾੜ ਹੈ? ਤੁਸੀਂ ਪਹਾੜਾਂ ਵਾਲੇ ਕੰਸੈਸ਼ਨ ਦੇਈ ਜਾਂਦੇ ਹੋ ਹਿਮਾਚਲ ਦੇ ਪਲੇਨ ਦੇ ਇਲਾਕਿਆਂ ਨੂੰ। ਮੈਂ ਨਹੀਂ ਕਹਿ ਰਿਹਾ ਕਿ ਜਿਹੜਾ ਇੰਡਸਟਰੀ ਪਿਛਲੇ 10 ਸਾਲਾਂ 'ਚ ਬਾਹਰ ਜਾ ਰਹੀ ਹੈ ਜਾਂ 8 ਸਾਲਾਂ 'ਚ ਜਾ ਰਹੀ ਹੈ, ਇਕੱਲੇ ਇਹੀ ਦੋਸ਼ੀ ਨੇ, ਮੈਂ ਇਹ ਗੱਲ ਬਿਲਕੁਲ ਨਹੀਂ ਕਹਿ ਰਿਹਾ। ਲੇਕਿਨ ਮੈਂ ਇਹ ਗੱਲ ਵੀ ਨਾਲ ਕਹਿ ਰਿਹਾ ਕਿ ਕੋਈ ਨਾ ਕੋਈ ਤਾਂ ਦੋਸ਼ੀ ਹੈ ਜਿਹੜਾ ਪੰਜਾਬ ਦੀ ਇੰਡਸਟਰੀ ਬਾਹਰ ਜਾ ਰਹੀ ਹੈ। ਕੇਂਦਰ ਸਰਕਾਰ ਦੋਸ਼ੀ ਹੈ। ਨਹੀਂ, ਪਰ ਇਸ ਵਾਸਤੇ ਕੇਂਦਰ ਸਰਕਾਰ ਦੋਸ਼ੀ ਹੈ। ਨਹੀਂ, ਪਰ ਇਹ ਤਾਂ ਉਸ ਸਮੇਂ ਵੀ ਜ਼ਿਕਰ ਹੁੰਦਾ ਸੀ 2017 ਤੋਂ ਪਹਿਲਾਂ। ਸੁਭਾਸ਼ ਜੀ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ, ਕਾਂਗਰਸ ਦੇ ਸਮੇਂ ਵੀ ਹੋ ਰਿਹਾ ਸੀ ਇਹ ਤਾਂ ਜ਼ਿਕਰ ਇੰਡਸਟਰੀ ਇਹਨਾਂ ਦੀ ਆਪਣੀ ਸਰਕਾਰ ਨੇ, ਅਕਾਲੀਆਂ ਨੇ ਕਿਹਾ, ਅਕਾਲੀਆਂ ਨੇ ਬਹੁਤ ਵਾਰੀ ਕਿਹਾ, ਜਿਹੜੇ ਇਹਨਾਂ ਦੇ ਭਾਈਵਾਲ ਸੀ ਉਦੋਂ। ਦੋਸ਼ਾਰੋਪਣ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਕਿ ਸਾਨੂੰ ਪੰਜਾਬ ਦੇ ਲੋਕਾਂ ਨੂੰ ਬੈਠ ਕੇ ਇਸ ਗੱਲ ਤੇ ਚਿੰਤਨ ਕਰਨ ਦੀ ਲੋੜ ਹੈ ਕਿ ਜਿਸ ਪੰਜਾਬ ਦੀ ਪਰ ਕੈਪੀਟਾ ਇਨਕਮ ਨੰਬਰ 1 ਸੀ, ਅੱਜ 19ਵੇਂ ਨੰਬਰ ਤੇ ਕਿਉਂ ਹੈ? ਜੇ ਪੰਜਾਬ ਤਰੱਕੀ 'ਚ ਗਰੋਥ ਰੇਟ 'ਚ ਹਿੰਦੁਸਤਾਨ ਨੂੰ ਲੀਡ ਕਰਦਾ ਸੀ, ਅੱਜ ਉਹ ਸਿਰਫ ਕਈ ਪੈਮਾਨਿਆਂ 'ਚ ਸਿਰਫ ਮਨੀਪੁਰ ਤੋਂ ਉੱਪਰ ਹੈ, ਬਾਕੀ ਸਾਰੇ ਸੂਬਿਆਂ ਤੋਂ ਪਿੱਛੇ ਹੈ। ਜੇ ਤੁਸੀਂ GST ਕਲੈਕਸ਼ਨ ਦੀ ਗੱਲ ਵੀ ਕਰ ਲਓ, ਅਸੀਂ ਬਹੁਤ ਪਿੱਛੇ ਹਾਂ ਆਪਣੇ ਬਰਾਬਰ ਦੇ ਸੂਬਿਆਂ ਤੋਂ। ਇਹ ਸਾਰੇ ਉਹ ਸਵਾਲ ਨੇ ਜਿਨ੍ਹਾਂ ਤੇ ਬੜੀ ਗੰਭੀਰਤਾ ਪੂਰਵਕ ਵਿਚਾਰ ਕਰਨ ਦੀ ਲੋੜ ਹੈ। ਇੱਕ ਦੂਜੇ ਤੇ ਰੋਪ ਲਗਾ ਦੇਣਾ, ਝੂਠੀ ਵਾਹਵਾਹੀ ਲੈ ਲੈਣੀ, GST ਕਲੈਕਸ਼ਨ ਵੱਧ ਗਿਆ 4 ਮਹੀਨੇ ਤੇ ਪ੍ਰੈਸ ਕਾਨਫਰੰਸ ਕਰ ਦੇਣੀ, ਔਰ ਭਾਰਤੀ ਮੈਨੇ ਕਿ ਬੜੀ ਵੱਡੀ ਅਸੀਂ ਮੱਲ ਮਾਰ ਲਈ। ਹੱਲੇ ਤੇ ਚੁਣੌਤੀਆਂ ਸਾਹਮਣੇ ਆਣੀਆਂ। ਨਹੀਂ ਸਰ, ਪਰ ਦੇਖੋ ਪੁਆਇੰਟ ਤਾਂ ਇਹ ਨਾ ਸੁਭਾਸ਼ ਜੀ, ਤੁਸੀਂ ਬੈਠੇ ਹੋ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਕਿੰਗਰਾ ਸਾਹਿਬ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਅਹਿਬਾਬ ਗਰੇਵਾਲ ਜੀ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸਰ ਪਾਰਟੀਆਂ ਤਾਂ ਇਹੀ ਨੇ ਸਰਕਾਰ ਚਲਾਉਣ ਵਾਲੀਆਂ, ਕਿ ਜੇ ਅੱਜ ਅਸੀਂ ਪਹਿਲੇ ਤੋਂ 19ਵੇਂ ਨੰਬਰ ਤੇ ਪਹੁੰਚ ਗਏ ਤਾਂ ਜਵਾਬ ਤਾਂ ਸਰਕਾਰਾਂ ਜਾਂ ਸਰਕਾਰਾਂ ਚਲਾਉਣ ਵਾਲੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹੀ ਦੇਣੇ ਹੋਣਗੇ ਨਾ। ਇਹ ਤਾਂ ਤੁਸੀਂ ਹੁਣ ਸਵਾਲ ਹਾਕਮ ਤੇ ਕੋਈ ਹੋਰ ਆ ਉਹਨੂੰ ਪੁੱਛ ਲਓ।
नहीं मैं ही कह रहा बिल्कुल जवाब देने होंगे मैं तो चलो ठीक है, मैं जवाब ले आऊंगा। घुमन साहब बहुत देर से इंतजार कर रहे हैं। ठीक है सर, ਤੁਹਾਡਾ ਪੁਆਇੰਟ ਆ ਗਿਆ। ਅਹਿਬਾਬ ਗਰੇਵਾਲ ਜੀ ਛੋਟਾ ਰੱਖਿਓ ਸਰ ਪਲੀਜ਼, ਸਮਾਂ ਬਹੁਤ ਘੱਟ ਹੈ ਹੁਣ ਮੇਰੇ ਕੋਲ। ਘੁਮਨ ਸਾਹਿਬ ਕੋਲ ਮੈਂ ਜਾਣਾ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਹਾਂ। ਸਮਝਦਾ ਸੀ ਕਿ ਤੁਸੀਂ ਮੈਨੂੰ ਐਵੇਂ ਹੀ ਅੰਗੇਜ ਕਰ ਲਿਆ, ਮੇਰੀ ਲੋੜ ਨਹੀਂ ਸੀ, ਕਾਫੀ ਸੀਗਾ ਇਹ ਗੱਲਬਾਤ ਹੋ ਰਹੀ ਹੈ। ਦੂਜੀ ਮੈਂ ਇੱਕ ਕਮੈਂਟ ਕਰਨਾ ਹੈ ਕਿ ਸਾਰੀ ਬਹਿਸ ਮੁੱਦੇ ਤੋਂ ਹਟ ਕੇ ਹੋ ਰਹੀ ਹੈ, ਬਿਲਕੁਲ ਮੁੱਦਾ ਨਹੀਂ ਲਿਆਇਆ ਜਾ ਰਿਹਾ। ਮੁੱਦਾ ਸੀ ਪੈਸੇ ਦਾ, ਠੀਕ ਹੈ। ਇਹ 70 ਸਾਲ ਪਹਿਲਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਜਿਹੜਾ ਕਿੰਗਰਾ ਸਾਹਿਬ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਜ਼ਾਨੇ 'ਚ ਪੈਸੇ ਨਹੀਂ ਲਿਆਂਦਾ, ਜੇ ਡਿਵੈਲਪਮੈਂਟ ਦੇ ਕੰਮਾਂ ਤੇ ਭ੍ਰਿਸ਼ਟਾਚਾਰ ਵਿੱਚੋਂ ਭ੍ਰਿਸ਼ਟਾਚਾਰੀ ਕੀਤੀ ਜਾਵੇ ਤੇ ਉਹ ਰੁਕੇ ਤਾਂ ਖਜ਼ਾਨੇ ਦੀ ਬਚਤ ਹੋ ਜਾਂਦੀ ਹੈ। ਇੱਕ ਤਾਂ ਮੈਂ ਇਹ ਕਹਿਣਾ। ਦੂਜਾ ਜਿਹੜਾ ਆਪਣੇ ਗਰੇਵਾਲ ਸਾਹਿਬ ਨੇ ਕਿਹਾ ਕਿ 200 ਕਰੋੜ ਰੁਪਈਆ ਅਸੀਂ ਹਰ ਰੋਜ਼ ਪਾਣੀ ਬਚਾ ਕੇ ਰਾਜਸਥਾਨ ਵਾਲੇ ਲਿਆਂਦੇ, ਤੇ ਲਿਆਉਣ ਇਹਨਾਂ ਨੂੰ ਰੋਕਦਾ ਕੌਣ ਹੈ? ਉਹ 73,000 ਕਰੋੜ ਰੁਪਈਆ ਬਣਦਾ ਸਾਲ ਦਾ ਤੇ 95,000 ਕਰੋੜ ਰੁਪਈਆ ਸਾਰਾ ਰੈਵਨਿਊ ਹੈ ਸਾਡਾ। ਮੈਂ ਤੇ ਬੜਾ ਖੁਸ਼ ਹੋਵਾਂਗਾ। ਇਹ 200 ਕਰੋੜ ਕਹਿ ਰਹੇ ਨੇ ਰੋਜ਼ ਦਾ, ਮੈਂ ਕਹਿੰਦਾ 200 ਕਰੋੜ ਸਾਲ ਦਾ ਵੀ ਲੈਣ ਬਹੁਤ ਹੈ। ਇੱਕ ਗੱਲ ਮੈਂ ਹੋਰ ਕਹਿਣੀ ਆ ਕਿ ਜਿਹੜਾ ਇਹ ਕਹਿ ਰਹੇ ਆ ਨਾ, ਮਾਣੇ ਗਰੇਵਾਲ ਸਾਹਿਬ ਤੁਹਾਡੇ ਕੋਲ ਆ ਰਹੇ, ਥੋੜੇ ਇੱਕ ਮਿੰਟ ਕੰਪਲੀਟ ਕਰੋ ਪਲੀਜ਼। ਜਿਹੜਾ 3000 ਕਰੋੜ ਦਾ ਜ਼ਿਕਰ ਕਰ ਰਹੇ ਨੇ ਗਰੇਵਾਲ ਸਾਹਿਬ ਜੀ, ਸ਼ਾਇਦ ਇਹਨਾਂ ਨੇ ਵਿੱਤ ਮੰਤਰੀ ਸਾਹਿਬ ਦਾ ਜਿਹੜਾ ਬਿਆਨ ਚੰਗੀ ਤਰ੍ਹਾਂ ਨਹੀਂ ਸੁਣਿਆ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਜਿਹੜੇ ਅਸੀਂ ਵਿਆਜ ਦੀ ਦਰ ਘਟਾਈ ਹੈ ਉਹ 2034 ਤੱਕ 3000 ਕਰੋੜ ਰੁਪਈਆ ਬਚੇਗਾ, ਨਾ ਕਿ ਹੁਣ ਬਚਿਆ, ਨਾ ਇਸ ਸਾਲ 'ਚ ਬਚਣਾ, ਨਾ ਅਗਲੇ ਸਾਲ 'ਚ ਬਚਣਾ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਕੋਈ ਵਾਲੀ ਵਾਰਸ ਨਹੀਂ ਰਿਹਾ ਪਿਛਲੇ 30 ਸਾਲਾਂ 'ਚ, ਤੇ ਹੁਣ ਵਾਲੀ ਪਾਰਟੀ ਵੀ ਜਿਹੜੀ ਹੈ 1,11,000 ਕਰੋੜ ਦਾ ਰੈਵਨਿਊ ਖਰਚ ਕਰਕੇ 95,000 ਕਰੋੜ ਦਾ। ਘੁੰਮਣ ਸਾਹਿਬ ਤੁਸੀਂ ਇਹ ਕੀ ਵਜ੍ਹਾ ਦੇਖਦੇ ਹੋ ਕਿ ਪੰਜਾਬ ਦੀ ਟੈਕਸ ਕਲੈਕਸ਼ਨ, ਜੀਐਸਟੀ ਕਲੈਕਸ਼ਨ ਘੱਟ ਹੈ? ਘੁੰਮਣ ਸਾਹਿਬ ਇਹ ਵਜ੍ਹਾ ਕੀ ਦੇਖਦੇ ਹੋ? ਕੋਈ ਪਾਰਟੀ ਨਹੀਂ ਕਰ ਰਹੀ। ਆਮ ਆਦਮੀ ਪਾਰਟੀ ਵੀ ਜਿਹੜੀ ਹੈ ਉਹ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਗੱਲ ਨਹੀਂ ਕਰ ਰਹੀ, ਫ੍ਰੀ ਬੀਜ਼ ਤੇ ਸਬਸਿਡੀ ਦੀ ਗੱਲ ਕਰ ਰਹੀ ਹੈ। ਇਹਨਾਂ ਨਾਲ ਡਿਵੈਲਪਮੈਂਟ ਨਹੀਂ ਹੋਣੀ। ਜਿਹੜੇ ਪਿਛਲੇ 30 ਸਾਲਾਂ 'ਚ ਡੀਸੈਲਰੇਟਿੰਗ ਗ੍ਰੋਥ ਹੋਇਆ ਉਹਦੇ ਲਈ ਸਾਰੀਆਂ ਪਾਰਟੀਆਂ ਜ਼ਿੰਮੇਵਾਰ ਨੇ, ਜਿਹੜੇ ਭਾਵੇਂ ਕੋਈ ਵੀ ਰਹੀ ਹੈ। ਸੋ ਮੈਂ ਨਹੀਂ ਸਮਝਦਾ ਕਿ ਆਮ ਆਦਮੀ ਪਾਰਟੀ ਜੇ ਇਸੇ ਟਰੈਕ ਤੇ ਚੱਲਦੀ ਰਹੀ ਤੇ ਪੰਜਾਬ ਦਾ ਗ੍ਰੋਥ ਰੇਟ ਐਕਸਲਰੇਟ ਹੋਏਗਾ ਜਾਂ ਪੰਜਾਬ ਦੀ ਪਰ ਕੈਪੀਟਾ ਇਨਕਮ ਵਧੇਗੀ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜਿਹੜਾ ਵੀ ਰੈਵਨਿਊ ਜਨਰੇਟ ਕਰਨ ਵਧੀਆ ਗੱਲ ਹੈ, ਪਰ ਉਹਨਾਂ ਨੂੰ ਟਾਰਗੇਟਡ ਫ੍ਰੀ ਬੀਜ਼, ਟਾਰਗੇਟਡ ਸਬਸਿਡੀਜ਼ ਦੇਣ ਤੇ ਡਿਵੈਲਪਮੈਂਟ ਤੇ ਖਰਚ ਕਰਨ। ਏਦਾਂ ਪੰਜਾਬ ਦਾ ਵਿਕਾਸ ਨਹੀਂ ਹੋਣਾ। ਠੀਕ ਹੈ ਸਰ, ਮੈਨੂੰ ਜਵਾਬ ਲੈ ਲੈਣ ਦਿਓ। ਅਹਿਬਾਬ ਗਰੇਵਾਲ ਮੈਨੂੰ ਜਵਾਬ। ਅਹਿਬਾਬ ਗਰੇਵਾਲ ਜੀ ਇਹ ਵੀ ਦੱਸ ਦਿਓ ਸਰ ਕਿ ਜੇ 6000 ਕਰੋੜ ਰੁਪਏ ਜੋ ਬੀਜੇਪੀ ਦੇ ਆਗੂ ਪੁੱਛ ਰਹੇ ਸੀ, ਜੇ 6000 ਕਰੋੜ ਦਾ ਰੈਵਨਿਊ ਵਧਿਆ ਹੈ ਤੇ ਪੈਸਾ ਖਰਚ ਕਿੱਥੇ ਹੋ ਰਿਹਾ ਫਿਰ? ਜੀ ਇੱਕ ਗੱਲ, ਪਹਿਲੀ ਗੱਲ ਮੈਂ 200 ਕਿਊਸੈਕ ਪਾਣੀ ਕਿਹਾ ਸੀ, ਮੈਂ 200 ਕਰੋੜ ਨਹੀਂ ਕਿਹਾ ਸੀਗਾ। 200 ਕਰੋੜ ਵੀ ਕਿਹਾ ਸੀ ਤੁਸੀਂ ਕਿਹਾ 200 ਕਰੋੜ ਰੋਜ਼ ਦਾ ਬਚਾ ਸਕਦੇ ਆ। ਸਰ ਮੈਂ ਤੁਹਾਨੂੰ ਡਿਸਟਰਬ ਨਹੀਂ ਕੀਤਾ। ਤੁਹਾਡੀ ਸਲਿੱਪ ਕਰ ਗਈ ਹੋਈ ਵੱਖਰੀ ਗੱਲ ਹੈ, ਪਰ ਤੁਸੀਂ ਆ ਨਾਲ ਪੈਨਲਿਸਟ ਨੂੰ ਪੁੱਛ ਲਓ। ਸਰ ਦੇयर इज नो पॉइंट। ਗਰੇਵਾਲ ਸਾਹਿਬ ਮੈਂ ਵੀ ਕਰੈਕਟ ਕਰ ਦਵਾਂ, ਸ਼ਾਇਦ ਤੁਸੀਂ ਬੋਲਣ ਲੱਗੇ ਕਈ ਵਾਰ ਉਹ ਸਲਿਪ ਆਫ ਟੰਗ ਹੋ ਜਾਂਦਾ ਹੈ, ਪਰ ਤੁਸੀਂ 200 ਕਰੋੜ ਦਾ ਜ਼ਿਕਰ ਕੀਤਾ ਸੀ। ਠੀਕ ਹੈ, ਉਹ ਕਿਊਸਿਕ ਤੁਸੀਂ ਕਹਿ ਰਹੇ ਹੋ ਕਿ 200 ਕਿਊਸਿਕ ਪਾਣੀ ਜਿਹੜਾ ਫਾਲਤੂ ਜਾ ਰਿਹਾ ਰਾਜਸਥਾਨ ਨੂੰ। ਮੈਂ ਉਹਦੀ ਗੱਲ ਕੀਤੀ ਜਦੋਂ ਕਿੰਗਰਾ ਸਾਹਿਬ ਗੱਲ ਕੀਤੀ। ਸੌਰੀ, ਹੁਣ ਸੁਣੋ। ਆਮ ਸੌਰੀ, ਅੱਛਾ ਕੰਟੈਕਸਟ ਅਲੱਗ ਹੋ ਗਿਆ ਹੋਵੇ। ਹੁਣ ਸੁਣੋ, ਪਹਿਲੀ ਗੱਲ ਕਿੰਗਰਾ ਸਾਹਿਬ ਨੇ ਕਿਹਾ ਕਿ ਗੈਂਗਸਟਰ ਦੇ ਪੈਸੇ ਸਰਕਾਰ 'ਚ ਨਹੀਂ ਆਉਣੇ। ਗੈਂਗਸਟਰ ਸਾਡੇ ਵੇਲੇ ਸਰਕਾਰ ਦਾ ਹਿੱਸਾ ਨਹੀਂ ਹੈਗੇ ਸਰ। ਹੁਣ ਉਹ ਸਰਕਾਰ ਦਾ ਹਿੱਸਾ ਨਹੀਂ ਹੈਗੇ, ਉਹ ਮਰਨਗੇ ਜਾਂ ਜੇਲ੍ਹ 'ਚ ਜਾਣਗੇ। ਬੀਜੇਪੀ ਕਹਿ ਰਹੀ ਹੈ ਜਿੰਨੀ ਜੁਗਲਬੰਦੀ ਸੀ ਬਹੁਤ ਸੋਹਣੀ ਸੀ, ਅਸੀਂ ਕੀਤਾ, ਫਲਾਣੇ ਨੇ ਕੀਤਾ। ਜਿਹੜਾ ਪੈਸਾ ਉੱਤੇ ਆਇਆ ਗੌਰਵ ਜੀ ਕਿੱਥੇ ਲੱਗ ਰਿਹਾ? ਰੁਕੋ ਭਾਈ ਸਾਹਿਬ, ਰੁਕੋ। ਪੈਸਾ ਕਿੱਥੇ ਲੱਗ ਰਿਹਾ? ਮੁਹੱਲਾ ਕਲੀਨਿਕਸ ਤੇ ਲੱਗ ਰਿਹਾ, ਸਕੂਲਸ ਤੇ ਲੱਗ ਰਿਹਾ। ਸੁਣੋ, ਅੱਜ ਮੈਂ ਇੱਕ ਮੁੱਦੇ ਤੇ ਮੈਨੂੰ ਕਿਹਾ ਗਿਆ ਕਹਿੰਦੇ ਕੈਪੀਟਲ ਐਕਸਪੈਂਡੀਚਰ ਘਟਾ। ਹੁਣ ਅਸੀਂ ਕੈਪੀਟਲ 20 ਲੱਖ ਰੁਪਇਆ ਇੱਕ ਮੁਹੱਲਾ ਕਲੀਨਿਕ ਨੂੰ ਤੁਸੀਂ ਰੈਨੋਵੇਟ ਕਰਨ ਤੇ ਲਾਤਾ। 20 ਲੱਖ ਰੁਪਏ ਦੇ ਵਿੱਚ ਇੱਕ ਡਾਕਟਰ 4 ਸਾਲ ਹਾਇਰ ਕਰ ਸਕਦੇ ਤੁਸੀਂ। 20 ਲੱਖ ਰੁਪਇਆ ਤੁਸੀਂ ਇੱਕ ਮੁਹੱਲਾ ਕਲੀਨਿਕ ਤੇ ਸਾਰਾ 15 ਕਰੋੜ ਰੁਪਇਆ ਲੱਗਿਆ ਤੁਹਾਡਾ ਮੁਹੱਲਾ ਕਲੀਨਿਕਾਂ ਤੇ। 5554 ਕਰੋੜ ਰੁਪਇਆ ਤੁਹਾਡਾ ਰੈਵਨਿਊ ਐਕਸਪੈਂਡੀਚਰ ਹੈ। ਇਹ ਕੈਪੀਟਲ ਐਕਸਪੈਂਡੀਚਰ ਨਹੀਂ ਹੈਗਾ, ਇਹ ਰੈਵਨਿਊ ਐਕਸਪੈਂਡੀਚਰ ਹੈ। ਪਹਿਲਾਂ ਤਾਂ ਗੱਲ ਤਾਂ ਇਹਨਾਂ ਨੂੰ ਗਰੇਵਾਲ ਸਾਹਿਬ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਕੈਪੀਟਲ ਐਕਸਪੈਂਡੀਚਰ ਤੇ ਰੈਵਨਿਊ ਐਕਸਪੈਂਡੀਚਰ 'ਚ ਫਰਕ ਕੀ ਹੁੰਦਾ। ਇਹ ਰੈਵਨਿਊ ਐਕਸਪੈਂਡੀਚਰ ਹੈ, ਕੈਪੀਟਲ ਐਕਸਪੈਂਡੀਚਰ ਨਹੀਂ ਹੈ। ਠੀਕ ਹੈ, ਇੱਕ ਵਾਰੀ ਕੰਪਲੀਟ ਕਰ ਲੈਣ। ਅਹਿਬਾਬ ਜੀ ਕੰਪਲੀਟ ਕਰ ਲਓ। ਮੈਂ ਕਹਿੰਦਾ ਤਬਲਾ ਤੇ ਹਾਰਮੋਨੀਅਮ ਮੈਂ ਦੇ ਦਿੰਦਾ ਗੌਰਵ ਜੀ, ਜੁਗਲਬੰਦੀ ਇਹਨਾਂ ਦੀ ਆਪੇ ਹੋ ਜਾਊਗੀ। ਸਾਨੂੰ ਅੱਜ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਕੈਪੀਟਲ ਐਕਸਪੈਂਡੀਚਰ ਤੁਸੀਂ 250 ਕਰੋੜ ਘਟਾਇਆ ਕਿਉਂ? ਸਰਕਾਰ ਆਈ, ਮੌਨਸੂਨ ਆਉਣ ਲੱਗਾ ਸੀ, ਅੱਗੇ ਕੀ ਹੁੰਦਾ ਸੀ? 2 ਕਰੋੜ ਰੁਪਇਆ ਇਸ ਸੜਕ ਲਈ, 1.5 ਕਰੋੜ ਰੁਪਇਆ ਇਸ ਸੜਕ ਲਈ। ਸੜਕ ਤੇ ਪੈਸਾ ਲੱਗ ਗਿਆ, ਮੌਨਸੂਨ ਆਇਆ, ਪਾਣੀ ਬਹਿ ਗਿਆ। ਅਸੀਂ ਭਾਈ ਸਾਹਿਬ 100 ਕਰੋੜ ਤਾਂ ਕੱਲਾ ਜਿਹੜਾ ਮੌਨਸੂਨ ਤੋਂ ਪਹਿਲਾਂ ਰਿਪੇਅਰ ਕਰਦੇ ਸੀ ਸੜਕਾਂ, ਉਹੀ ਰੋਕ ਲਿਆ।
ਉਹੀ ਰੋਕ ਲਿਆ ਗੌਰਵ ਜੀ। 200 ਕਰੋੜ ਤੱਕ ਕਿੱਥੇ ਕਿੱਥੇ ਬਚ ਰਿਹਾ। ਅੱਗੇ ਸੁਣੋ ਗੌਰਵ ਜੀ, ਰਿਪੇਅਰ ਵਾਲਾ ਪੈਸਾ ਕੈਪੀਟਲ ਐਕਸਪੈਂਡੀਚਰ ਨਹੀਂ ਹੁੰਦਾ। ਰਿਪੇਅਰ ਵਾਲਾ ਪੈਸਾ ਕਦੇ ਵੀ ਕੈਪੀਟਲ ਐਕਸਪੈਂਡੀਚਰ ਨਹੀਂ ਹੁੰਦਾ। ਰਿਪੇਅਰ ਵਾਲਾ ਪੈਸਾ ਰੈਵਨਿਊ ਐਕਸਪੈਂਡੀਚਰ ਹੁੰਦਾ ਹੈ। ਇਟ ਇਜ਼ ਨੈਵਰ ਕਾਊਂਟਡ ਐਜ਼ ਕੈਪੀਟਲ ਐਕਸਪੈਂਡੀਚਰ। ਰਿਪੇਅਰ ਰੈਵਨਿਊ ਐਕਸਪੈਂਡੀਚਰ ਹੁੰਦਾ। ਗਰੇਵਾਲ ਸਾਹਿਬ, ਬਜਟ ਦੇ ਟਰਮੀਨੋਲੋਜੀ ਸਿੱਖੋ। ਪਹਿਲਾਂ ਬਜਟ ਦੀ ਟਰਮੀਨੋਲੋਜੀ ਸਿੱਖੋ। ਆਲ ਰਿਪੇਅਰਸ ਆਰ ਰੈਵਨਿਊ ਐਕਸਪੈਂਡੀਚਰ, ਨਨ ਇਜ਼ ਅ ਕੈਪੀਟਲ ਐਕਸਪੈਂਡੀਚਰ in repair. Sun lo. You are a forest service officer. I'm sure you know the rate of the trees that you've sold also. Now listen to me. This is a person from your party. ਮੈਨੂੰ ਕਾਂਗਰਸੀ ਬੀਜੇਪੀ ਵਾਲੇ ਨੇ ਕਿਹਾ ਸੀ ਕਿਸੇ ਨੇ ਕਿ ਤੁਸੀਂ ਰੈਵਨਿਊ ਐਕਸਪੈਂਡੀਚਰ ਘਟਾਇਆ। ਮੇਰੇ ਡਿਬੇਟ ਦੇਖ ਲਓ, ਇਹਨਾਂ ਦਾ ਸਪੋਕਸਪਰਸਨ ਕਹਿ ਰਿਹਾ ਸੀ ਕਿੰਗਰਾ ਸਾਹਿਬ ਤੁਸੀਂ ਬਹੁਤ ਪੜ੍ਹੇ ਲਿਖੇ ਹੋ, ਆਪਣੇ ਵਾਲਿਆਂ ਨੂੰ ਕਹੋ। ਮੈਂ ਤਾਂ ਉਹਨਾਂ ਨੂੰ ਦਿਖਾ ਰਿਹਾ। ਗੱਲ ਗੌਰਵ ਜੀ ਇਹ ਹੈ ਕਿ ਅੱਗ ਲੱਗ ਗਈ ਕਿ ਪੈਸੇ ਬਚ ਰਹੇ ਹੈ। ਅੱਗ ਲੱਗ ਗਈ ਕਿ ਰੈਵਨਿਊ ਵੱਧ ਗਈ। ਅਸੀਂ ਇੱਕ ਗੱਲ ਕਹਿ ਰਹੇ ਹਾਂ ਚੋਰੀ ਨਹੀਂ ਹੋਣ ਦੇਵਾਂਗੇ। ਅਸੀਂ ਗੱਲ ਕਹਿ ਰਹੇ ਹਾਂ ਕਿ ਮੰਤਰੀ ਨਹੀਂ ਖਾਊਗਾ ਤਾਂ ਸੰਤਰੀ ਨਹੀਂ ਖਾ ਸਕਦਾ। ਤੁਸੀਂ ਆਪ ਕਰੋਗੇ, ਹੁਣ ਕਿਉਂ ਨਹੀਂ ਦਿਓਗੇ? ਕਿਵੇਂ ਕਰਾਂਗੇ ਜੀ? ਆ ਜਿਹੜਾ 40 ਕਰੋੜ ਰੁਪਇਆ ਐਡਵਰਟਾਈਜ਼ਮੈਂਟ ਤੇ ਖਰਚਤਾ, ਜਿਹੜਾ ਤੁਸੀਂ 8 ਕਰੋੜ ਰੁਪਇਆ ਜਹਾਜ਼ ਹਾਇਰ ਕਰਨ ਤੇ ਖਰਚਤਾ, ਜਿਹੜਾ ਤੁਸੀਂ 20 ਲੱਖ ਰੁਪਇਆ ਕਰੋੜ ਰੁਪਇਆ ਇੱਕ ਸੇਵਾ ਕੇਂਦਰ ਨੂੰ ਰੈਨੋਵੇਟ ਕਰਨ ਤੇ ਖਰਚਤਾ। ਸਮਾਂ ਖਤਮ ਹੋ ਚੁੱਕਾ ਹੈ। ਇੱਕ ਰਿਐਕਸ਼ਨ ਜ਼ਰੂਰ ਲੈ ਲਵਾਂ ਮੈਂ। ਜੇ ਹਿੰਮਤ ਹੈ ਤਾਂ ਆਰਟੀਆਈ ਲਿਆ ਕੇ ਦਿਖਾਇਓ। ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਬਾਹਰ 1 ਰੁਪਏ ਦੀ ਵੀ ਐਡਵਰਟਾਈਜ਼ਮੈਂਟ ਪੰਜਾਬ ਸਰਕਾਰ ਦੀ ਨਹੀਂ ਹੋਈ ਭਾਈ ਸਾਹਿਬ। ਪਾਰਟੀ ਜੇ ਹਿੰਮਤ ਹੈ ਆਰਟੀਆਈ ਲਿਆਓ। ਇੱਕ ਕਮੈਂਟ ਗਰੇਵਾਲ ਜੀ, ਮੈਂ ਤੁਹਾਡੇ ਕੋਲ ਫਾਈਨਲ ਕਮੈਂਟ ਲਵਾਂਗਾ, ਥੋੜਾ ਜਿਹਾ ਇੰਤਜ਼ਾਰ ਕਰਿਓ। ਸੁਭਾਸ਼ ਜੀ ਆਵਾਜ਼ ਕਲੀਅਰ ਨਹੀਂ ਹੈ ਸਰ ਤੁਹਾਡੀ। ਸ਼ਰਮਾ ਜੀ ਸਰ ਥੋੜੀ ਆਵਾਜ਼ ਡਿਸਟਰਬੈਂਸ ਆ ਰਹੀ ਹੈ। ਥੋੜੀ ਆਵਾਜ਼ ਦੇ ਵਿੱਚ ਡਿਸਟਰਬੈਂਸ ਹੈ, ਸਮਝ ਨਹੀਂ ਆ ਰਹੀ ਹੋਏਗੀ ਦਰਸ਼ਕਾਂ ਨੂੰ। ਆਣੀ ਵੀ ਨਹੀਂ। ਮੈਂ ਕਹਿੰਦਾ ਗੱਲ ਦੀ ਇਹ ਮਹਾਰਾਸ਼ਟਰ ਦੀਆਂ, ਗੁਜਰਾਤ ਦੀਆਂ, ਆਂਧਰਾ ਪ੍ਰਦੇਸ਼ ਦੀਆਂ, ਤਮਿਲਨਾਡੂ ਦੀਆਂ, ਕੇਰਲਾ ਦੀਆਂ ਅਖਬਾਰਾਂ 'ਚ ਫਰੰਟ ਪੇਜ ਤੇ ਐਡਵਰਟਾਈਜ਼ਮੈਂਟ ਆ ਰਹੀ ਹੈ। ਫਰੰਟ ਪੇਜ ਤੇ ਪੰਜਾਬ ਦਾ ਬਜਟ ਬਣਾ ਕੇ ਪੰਜਾਬ ਸਰਕਾਰ ਦੀਆਂ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਹੈ। ਪੰਜਾਬ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੀ ਇਸ਼ੂ ਕੀਤੀ ਐਡਵਰਟਾਈਜ਼ਮੈਂਟ ਹੈ। ਹੁਣ ਇੱਥੇ ਕਿੱਥੋਂ ਲੈ ਕੇ ਨਾਲ ਆਉਂਦੇ ਅਸੀਂ? ਠੀਕ ਹੈ, ਚਲੋ ਮੈਨੂੰ ਵਾਈਂਡ ਅਪ ਕਰਨਾ ਹੋਏਗਾ। ਕਿੰਗਰਾ ਸਾਹਿਬ ਇੱਕ ਛੋਟਾ ਜਿਹਾ ਕਮੈਂਟ ਕਿ ਜੇ ਉਹ ਇਹ ਕਹਿ ਰਹੇ ਨੇ ਕਿ ਜੇ ਖਜ਼ਾਨੇ ਦੇ ਵਿੱਚ ਪੈਸਾ ਆ ਰਿਹਾ ਹੈ ਤਾਂ ਫਿਰ ਦਿੱਕਤ ਕੀ ਹੈ? ਕਿ ਤੁਸੀਂ ਕਿਉਂ ਇਸ ਤਰ੍ਹਾਂ ਕਹਿ ਰਹੇ ਹੋ ਕਿ ਇਹ ਦਾਵਾ ਝੂਠਾ ਹੈ? ਨਹੀਂ, ਅਸੀਂ ਬੜੇ ਖੁਸ਼ ਹੋਵਾਂਗੇ, ਪਰ ਅਸੀਂ ਇਹ ਨਾ ਹੋਵੇ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ। ਇਸ ਕਰਕੇ ਅਸੀਂ ਤਾਂ ਖੁਸ਼ ਹੋਵਾਂਗੇ ਜੇ ਪੰਜਾਬ ਦਾ ਰੈਵਨਿਊ 1 ਲੱਖ ਕਰੋੜ ਹੋ ਜਾਏਗਾ, ਲੇਕਿਨ ਹੋਵੇ ਸਹੀ ਝੂਠ ਨਾ ਬੋਲਣ। 10 ਰੁਪਏ ਲੈ ਕੇ ਇਹ ਨਾ ਕਹਿਣ ਕਿ 1000 ਕਰੋੜ ਹੋ ਗਿਆ। ਝੂਠ ਬੋਲਣ ਤੇ ਸਾਨੂੰ ਤਕਲੀਫ ਹੈ, ਪੰਜਾਬ ਦਾ ਰੈਵਨਿਊ ਵਧਾਉਣ ਤੇ ਸਾਨੂੰ ਕੋਈ ਤਕਲੀਫ ਨਹੀਂ। ਠੀਕ ਹੈ, ਸਮਾਂ ਖਤਮ ਹੈ। ਕੁਮਨ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਕੁਮਨ ਸਾਹਿਬ ਛੋਟਾ ਜਿਹਾ ਕਮੈਂਟ ਰੱਖਿਓ ਸਰ, ਮੇਰੇ ਕੋਲ 30 ਸੈਕਿੰਡਸ ਨੇ ਬਸ। ਤੁਸੀਂ ਮੈਨੂੰ ਲੱਗਦਾ ਕਿ ਮਿਊਟ ਕਰ ਲਿਆ, ਸਕਾਈਪ ਦੇ ਜ਼ਰੀਏ ਜੁੜੇ ਹੋਏ ਨੇ। ਕੁਮਨ ਸਾਹਿਬ ਮਿਊਟ ਕਰ ਲਿਆ, ਤੁਹਾਡੀ ਆਵਾਜ਼ ਨਹੀਂ ਆਈ ਸਾਡੇ ਤੱਕ। ਸੋ ਲੱਗ ਰਿਹਾ ਕੋਈ ਟੈਕਨੀਕਲ ਇਸ਼ੂ ਹੈ। ਗਰੇਵਾਲ ਸਾਹਿਬ ਇੱਕ ਫਾਈਨਲ ਕਮੈਂਟ ਤੁਹਾਡਾ। ਗੌਰਵ ਜੀ, ਜੇ ਅਸੀਂ ਕੋਈ ਪੰਜਾਬ ਦਾ ਪੈਸਾ ਵੇਸਟ ਕੀਤਾ ਲੈ ਕੇ ਆਉਣ, ਵਾਅਦਾ ਕਰਦੇ ਆ ਰੈਵਨਿਊ ਵਧਾਵਾਂਗੇ, ਸਰੋਤ ਵਧਾਵਾਂਗੇ, ਸਾਰਾ ਕੁਝ ਵਧਾਵਾਂਗੇ। ਪਰ ਇੱਕ ਚੈਲੰਜ ਹੈ ਕੋਈ ਇਕਨੋਮਿਸਟ, ਕੋਈ ਬੀਜੇਪੀ ਅਕਾਲੀ ਬਿਨਾਂ ਮਤਲਬ ਦੇ ਬੜਕ ਨਾ ਮਾਰੋ। ਪੰਜਾਬ ਦੀ ਮਿਹਨਤ ਕਰ ਰਹੇ ਆ ਸਰ, ਤੁਹਾਡੀ ਕੀ ਜਾਨ ਨਿਕਲਦੀ ਹੈ? ਤੁਸੀਂ ਤਾਂ ਗੈਂਗਸਟਰਾਂ ਦਾ ਪੈਸਾ ਵੀ ਰੈਵਨਿਊ ਚ ਵਾਰ ਰਹੇ ਹੋ। ਤੁਹਾਡੀ ਤਾਂ ਅਸਲੀਅਤ ਹੀ ਸਾਹਮਣੇ। ਗਰੇਵਾਲ ਸਾਹਿਬ ਇਹ ਵੀ ਲੋਕਾਂ ਨੂੰ ਦੱਸ ਦਿਓ ਨਾ ਕਿ ਥੋੜਾ ਜਿਹਾ ਹੋਰ ਬ੍ਰੇਕਅਪ ਦੱਸ ਦਿਓ ਕਿ ਕਿੱਥੋਂ ਪੈਸਾ ਆ ਗਿਆ। ਲੋਕਾਂ ਨੂੰ ਥੋੜਾ ਜਿਹਾ ਪਤਾ ਲੱਗ ਜਾਵੇ ਕਿ ਹਾਂ ਵੀ 6000 ਕਰੋੜ ਆ ਕਿੱਥੋਂ ਗਿਆ ਜਿਹੜਾ ਤੁਸੀਂ ਦਾਵਾ ਕਰ ਰਹੇ ਹੋ। ਮੇਰੇ ਕੋਲ ਸਮਾਂ ਘੱਟ ਹੈ ਪਰ ਮੈਂ ਛੋਟੀ ਗੱਲ ਜਾਣਨਾ ਚਾਹੁੰਦਾ। ਇਹ 3300 ਕਰੋੜ ਵਾਲਾ ਜੋ ਤੁਹਾਡੇ ਪੈਨਲਿਸਟ ਦਾਵਾ ਕਰ ਰਹੇ ਨੇ ਕਿ ਇਹ ਤਾਂ ਸੈਂਟਰ ਤੋਂ ਆਇਆ 3300 ਕਰੋੜ, ਇਹਨਾਂ ਦੀ ਰਿਪੋਰਟ ਹੈ। ਓਕੇ, ਇਹ ਕਹਿ ਰਹੇ ਗ੍ਰਾਂਟ ਇਨ ਏਡ। ਹੁਣ ਗ੍ਰਾਂਟ ਇਨ ਏਡ ਕੀ ਹੁੰਦੀ? ਇੱਕ ਮਿੰਟ ਗੌਰਵ ਜੀ, ਪੰਜਾਬੀ ਸਮਝੋ। ਪਹਿਲੀ ਗੱਲ ਤਾਂ ਅਸੀਂ ਉਹਦਾ ਹਿੱਸਾ ਨਹੀਂ ਮੰਨਦੇ, ਪਰ ਗ੍ਰਾਂਟ ਇਨ ਏਡ ਮੰਨਿਆ ਜੀ। ਆਹ ਦੇਖੋ, ਮੰਨਿਆ। ਸਰ ਮੈਨੂੰ ਬੋਲਣ ਦਿਓ। ਕੇਂਦਰ ਸਰਕਾਰ ਦਾ ਬਣਦਾ ਹੱਕ ਵੀ ਹੈ। 3 ਲੱਖ ਕਰੋੜ ਰੁਪਇਆ ਕੇਂਦਰ ਸਰਕਾਰ ਕੋ ਪੰਜਾਬ ਦਾ ਬਕਾਇਆ ਪਿਆ ਪਿਛਲੇ 25 ਸਾਲਾਂ ਦਾ। ਤੁਸੀਂ ਲੈਣ ਨਹੀਂ ਗਏ, ਤੁਹਾਡੀਆਂ ਸਰਕਾਰਾਂ ਰਹੀਆਂ ਸੈਂਟਰ 'ਚ, ਤੁਸੀਂ ਮੰਗਣ ਦੀ ਹਿੰਮਤ ਨਹੀਂ ਕੀਤੀ। ਤੁਸੀਂ ਮੰਤਰੀ ਮੰਡਲ ਲੈ ਕੇ ਤੁਸੀਂ ਕੋਠੀਆਂ ਹੰਡਾਈਆਂ, ਤੁਸੀਂ ਲਾਲ ਬੱਤੀਆਂ ਵਾਲੀ ਗੱਡੀਆਂ ਹੰਡਾਈਆਂ, ਤੁਸੀਂ ਪੰਜਾਬ ਦਾ ਹੱਕ ਨਹੀਂ ਮੰਗਿਆ। ਜਿਹੜਾ ਖਾੜਕੂਵਾਦ ਵੇਲੇ ਪੰਜਾਬ ਦਾ ਇਕਨੋਮਿਕ ਲਾਸ ਹੋਇਆ, ਜਿਹੜੇ ਪੰਜਾਬੀ 15 ਹਜ਼ਾਰ ਪੰਜਾਬੀ ਹਰ ਸਾਲ ਮਰਿਆ, ਹਿੰਦੂ ਮੁਸਲਿਮ ਸਿੱਖ ਈਸਾਈ, ਤੁਸੀਂ ਅੱਜ ਉਹਨਾਂ ਨੂੰ ਵੰਡ ਰਹੇ ਹੋ। ਤੁਸੀਂ ਮੰਗਣ ਨਹੀਂ ਗਏ ਸਰ। ਆਪਣੀ ਗਰੇਵਾਲ ਜੀ ਮੈਂ ਮਾਫੀ ਚਾਹੂੰਗਾ, ਵਿਚਾਲੇ ਰੋਕਦੇ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ।
ਪੈਸੇ ਦਾ ਮੁੱਦਾ ਹੈ, ਬਹੁਤ ਪੇਚੀਦਾ ਹੁੰਦਾ ਹਰ ਵਾਰ, ਤੇ ਇਸ ਵਾਰ ਵੀ ਬਹੁਤ ਪੇਚੀਦਾ ਨਜ਼ਰ ਆ ਰਿਹਾ। ਬਹੁਤ ਸਾਰੀਆਂ ਚੀਜ਼ਾਂ ਦਾ, ਟਰਮੀਨੋਲੋਜੀ ਦਾ ਜ਼ਿਕਰ ਹੋ ਗਿਆ ਕਿ ਵਾਕਈ ਹੀ ਉਸ ਤਰੀਕੇ ਨਾਲ ਪੰਜਾਬ ਅੱਗੇ ਵਧ ਰਿਹਾ ਹੈ। ਖੈਰ, ਜੋ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ, ਸੁਣਨ ਨੂੰ ਠੀਕ ਲੱਗਦਾ ਹੈ ਕਿ 6000 ਕਰੋੜ ਰੁਪਇਆ ਪੰਜਾਬ ਸਰਕਾਰ ਦੇ ਕੋਲ 3-4 ਮਹੀਨਿਆਂ ਦੇ ਵਿੱਚ ਜ਼ਿਆਦਾ ਆਇਆ, ਪਰ ਇਸ ਦੇ ਪਿੱਛੇ ਵਜ੍ਹਾ ਕੀ ਹੈ, ਇਹ ਵੀ ਲਾਜ਼ਮੀ ਤੌਰ ਤੇ ਘੋਖ ਦਾ ਇੱਕ ਵਿਸ਼ਾ ਹੈ। ਪਰ ਉਸ ਤੋਂ ਜ਼ਿਆਦਾ ਅਹਿਮ ਪੁਆਇੰਟ ਇਹ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਨੈਕਸਟ ਜਿਹੜਾ ਕੁਆਟਰ ਹੋਏਗਾ ਉਸ 'ਚ ਕੀ ਹੋਏਗਾ, ਉਸ ਤੋਂ ਬਾਅਦ ਕੀ ਹੋਏਗਾ, ਕਿ ਇਸੇ ਪੇਸ ਦੇ ਨਾਲ, ਇਸੇ ਸਪੀਡ ਦੇ ਨਾਲ ਪੰਜਾਬ ਦੇ ਖਜ਼ਾਨੇ ਦੇ ਵਿੱਚ ਪੈਸਾ ਜ਼ਿਆਦਾ ਆਉਂਦਾ ਰਹੇਗਾ। ਜੇਕਰ ਇਹ ਆਉਂਦਾ ਰਹੇਗਾ ਤਾਂ ਲਾਜ਼ਮੀ ਤੌਰ ਤੇ ਪੰਜਾਬੀ ਵੈਲਕਮ ਕਰਨਗੇ, ਪਰ ਇੰਤਜ਼ਾਰ ਰਹੇਗਾ ਕਿ ਪੈਸਾ ਔਰ ਕਿਵੇਂ ਆਉਂਦਾ ਤੇ ਕਿੱਥੇ ਜਾ ਕੇ ਅੱਗੇ ਖਰਚ ਹੁੰਦਾ ਹੈ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।